कवन गुण कह कह गावा। तू साहिब गुणी निधना, तुमरी महिमा वर्ण ना सकूं। तू ठाकुर ऊच भगवान, मैं हर हर नाम तर सोई। ज्यों पावै रास साहिब, मैं तुझ बिन अवर न कोई। मैं तान दीवान तू है मेरे स्वामी, मैं तुझ आगे अरदास। मेरा होर थाओ नहीं, जिस पै करूं बेनंती। मेरा दुख सुख तुझ ही पास। पत ते उदाहरण प्राण पत, सद सदा हजूरा। वाह प्रगटियो पुरख भगवंत रूप, गुर गोबिंद सूरा। अन बिनोदी चोजिया, सच सच्ची वेला। वाह वाह गोबिंद सिंह, आपे गुर चेला। वाह वाह गोबिंद सिंह, आपे गुर चेला। जुगो जुगाटल शब्द गुरु धन सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਕੇ ਬੈਠੇ ਅਤ ਸਨਮਾਨਯੋਗ ਸਤਸੰਗੀ ਜਨੋ, ਆਓ ਸਭ ਤੋਂ ਪਹਿਲਾਂ ਸੇਵਾਂ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ। ਕੋਈ ਵੀ ਰਸਣਾ ਬੰਜੀ ਨਾ ਰਹੇ। ਇੱਕੇ ਵਾਰ ਕਹਿਣ ਤੇ ਗੱਜ ਕੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਬਾਦਸ਼ਾਹ ਦਰਵੇਸ਼ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ। ਨਾਲ ਹੀ ਸਾਧ ਸੰਗਤ ਆਪ ਜੀ ਦੀ ਵਧਾਈ ਦੇ ਪਾਤਰੋ, ਜੋ ਇੰਨਾ ਸੁੰਦਰ ਗੁਰੂ ਘਰ ਆਪ ਜੀ ਨੇ ਬੜੇ ਪਿਆਰ ਲੱਗਣ ਦੇ ਨਾਲ ਤਿਆਰ ਕੀਤਾ ਹੈ। ਸੱਚਮੁੱਚ ਸਾਡੇ ਘਰ, ਸਾਡੀਆਂ ਕੋਠੀਆਂ ਦਿਨ ਬ ਦਿਨ ਬਹੁਤ ਵੱਡੀਆਂ ਬਣ ਰਹੀਆਂ ਨੇ, ਉਹਨੂੰ ਮੁਬਾਰਕ ਨੇ। ਪਰ ਜਿੱਥੇ ਸਾਡੇ ਘਰ ਆਲੀਸ਼ਾਨ ਹੋਣ, ਉੱਥੇ ਸਾਡੇ ਗੁਰੂ ਦਾ ਘਰ ਵੀ ਆਲੀਸ਼ਾਨ ਹੋਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਬਾਖੂਬ ਤੁਸੀਂ ਬੜੇ ਪਿਆਰ ਨਾਲ ਤੁਹਾਡੀ ਅੰਦਰ ਦੀ ਬਣੀ ਜਿਹੜੀ ਡੈਕੋਰੇਸ਼ਨ ਦੱਸਦੀ ਹੈ ਵੀ ਇਹ ਸਭ ਕੁਛ ਪਿਆਰ 'ਚ ਭਿੱਜ ਕੇ ਹੁੰਦਾ ਹੈ ਜੀ। ਮਿਸਤਰੀਆਂ ਨੇ ਇਮਾਰਤ ਬਣਾਈ ਹੈ ਸਾਧ ਸੰਗਤ, ਹੁਣ ਇਹਨੂੰ ਗੁਰੂ ਦਾ ਘਰ ਤੁਸੀਂ ਬਣਾਉਣਾ ਹੈ ਜੀ। ਇਮਾਰਤ ਮਿਸਤਰੀ ਬਣਾ ਕੇ ਚਲੇ ਗਏ ਨੇ, ਅਤੇ ਗੁਰੂ ਦਾ ਘਰ ਬਣਦਾ ਕਾਹਦੇ ਨਾਲ ਹੈ? ਵਿੱਚ ਸੰਗਤ। ਜਦੋਂ ਸੰਗਤ ਆ ਕੇ ਬਹਿੰਦੀ ਹੈ ਨਾ ਗੁਰਦੁਆਰੇ ਦੇ ਵਿੱਚ, ਅਤੇ ਸਤਿਗੁਰੂ ਕਹਿੰਦੇ ਫਿਰ ਰੱਬ ਆ ਕੇ ਬਹਿ ਜਾਂਦਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿੰਨੇ ਪਿਆਰ ਦੇ ਨਾਲ ਭਿੱਜ ਕੇ ਇਮਾਰਤਾਂ ਬਣਾਈਆਂ ਨੇ, ਹੁਣ ਕੋਸ਼ਿਸ਼ ਕਰਿਆ ਜੇ ਸਤ ਸੰਗਤ ਵੀ ਸਵੇਰੇ ਸ਼ਾਮ ਜ਼ਰੂਰ ਇਸ ਗੁਰੂ ਦਰਬਾਰ ਦੇ ਵਿੱਚ ਇਸੇ ਤਰ੍ਹਾਂ ਤੁਹਾਡੀਆਂ ਹਾਜ਼ਰੀਆਂ ਜਿੰਨੇ ਵੀ ਪਿੰਡ ਦੇ ਵਿੱਚ ਉਹ ਤੁਸੀਂ ਸਤ ਸੰਗਤ ਬਾਖੂਬ ਇੱਥੇ ਲਵਾਉਣੀਆਂ ਨੇ। ਸੋ ਇੱਕ ਵਾਰ ਫਿਰ ਆਪ ਜੀ ਨੂੰ ਬਹੁਤ ਬਹੁਤ ਵਧਾਈ ਇਸ ਸੁੰਦਰ ਇਮਾਰਤ ਦੇ ਵਾਸਤੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਤੁਸੀਂ ਬੜੇ ਚਾਅ ਦੇ ਨਾਲ ਭਿੱਜ ਕੇ ਬਣਾ ਰਹੇ ਹੋ। ਮੈਂ ਸੰਖੇਪ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਸਾਧ ਸੰਗਤ ਵਿਚਾਰਾਂ ਕਰਕੇ, ਔਰ ਗੁਰੂ ਸਾਹਿਬ ਮਹਾਰਾਜ ਦੇ ਪਾਏ ਹੋਏ ਪੂਰਨੇ, ਉਹਨਾਂ ਦੇ ਪਰਿਵਾਰ ਵੱਲੋਂ ਪਾਏ ਹੋਏ ਪੂਰਨੇ ਜੋ ਸਾਨੂੰ ਸਮਾਜ ਨੂੰ ਸੇਧ ਦੇ ਰਹੇ ਨੇ ਸਾਧ ਸੰਗਤ, ਉਹਦੇ ਉੱਤੇ ਮੈਂ ਵਿਚਾਰਾਂ ਕਰਨ ਦਾ ਯਤਨ ਕਰਾਂਗਾ। ਸਾਧ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਉਸ ਸਥਾਨ 'ਤੇ ਹੁੰਦਾ ਹੈ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ। ਸਾਂ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆ। ਸੱਚਮੁੱਚ ਦੁਨੀਆ ਦੇ ਵਿੱਚ ਉਹ ਧਰਤੀ, ਉਹ ਜਗ੍ਹਾ ਬਹੁਤ ਵੱਡੀ ਭਾਗਾਂ ਵਾਲੀ ਹੁੰਦੀ ਹੈ, ਜਿਸ ਧਰਤੀ ਦੇ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਪੈਣ।
ਔਰ ਜਿਸ ਧਰਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਮੈਂ ਸੰਖੇਪ ਜੀ ਆਪ ਜੀ ਦੀ ਸੁਰਤ ਉਸ ਪਾਸੇ ਲੈ ਜਾਵਾਂ ਵੀ ਉਸ ਧਰਤੀ ਦੇ ਵਿੱਚ ਸਭ ਤੋਂ ਪਹਿਲਾਂ ਚਰਨ ਧੰਨ ਗੁਰੂ ਨਾਨਕ ਸਾਹਿਬ ਦੇ ਪੈਂਦੇ ਨੇ ਜੀ, ਜਿਸ ਘਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਇਤਿਹਾਸ ਗਵਾਇਆ ਜਦੋਂ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਚਾਰ ਉਦਾਸੀਆਂ 'ਤੇ ਸੀ, ਔਰ ਇਸੇ ਪਟਨੇ ਦੀ ਧਰਤੀ 'ਤੇ ਜਦੋਂ ਗੁਰੂ ਸਾਹਿਬ ਪਹੁੰਚੇ ਨਾ, ਤੇ ਭਾਈ ਮਰਦਾਨਾ ਜੀ ਨੇ ਇੱਕ ਬੇਨਤੀ ਕੀਤੀ ਸੀ ਵੀ ਮਹਾਰਾਜ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਅਸੀਂ ਲੰਗਰ ਦਾ ਬੰਦੋਬਸਤ ਕਰੀਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ ਭਾਈ ਮਰਦਾਨਾ ਜੀ ਦੇ ਹੱਥ ਦੇ ਵਿੱਚ ਇੱਕ ਪੱਥਰ ਦਾ ਟੁਕੜਾ ਦਿੱਤਾ ਹੈ, ਔਰ ਇਹ ਗੁਰੂ ਤੇ ਭਰੋਸਾ ਹੈ ਸਾਧ ਸੰਗਤ ਵੀ ਜੇ ਗੁਰੂ ਦਰ ਤੋਂ ਪੱਥਰ ਦਾ ਟੁਕੜਾ ਵੀ ਮਿਲਦਾ ਨਾ ਤੇ ਸਿੱਖ ਗੁਰੂ ਤੇ ਭਰੋਸਾ ਕਰਕੇ ਉਸ ਟੁਕੜੇ ਨੂੰ ਵੀ ਲੈ ਕੇ ਬਾਜ਼ਾਰ 'ਚ ਵੇਚਣ ਚਲਾ ਜਾਂਦਾ। ਭਾਈ ਮਰਦਾਨਾ ਜੀ ਦੇ ਹੱਥ 'ਚ ਇੱਕ ਪੱਥਰ ਦਾ ਟੁਕੜਾ ਦੇ ਕੇ ਤੇ ਇੱਕ ਗੱਲ ਕਹੀ ਸੀ ਵੀ ਮਰਦਾਨਿਆ, ਪਟਨੇ ਦੇ ਸ਼ਹਿਰ ਦੇ ਵਿੱਚ ਇਸ ਪੱਥਰ ਨੂੰ ਵੇਚ ਕੇ ਇਹਦੇ ਬਦਲੇ ਕੁਝ ਕੁ ਖਾਣ ਵਾਸਤੇ ਜੋ ਵਸਤਾਂ ਤੈਨੂੰ ਮਿਲਦੀਆਂ ਨੇ ਲੈ ਕੇ ਆ। ਔਰ ਭਾਈ ਮਰਦਾਨਾ ਜੀ ਨੇ ਸਤ ਬਚਨ ਕਹਿ ਕੇ ਉਹ ਪੱਥਰ ਲੈ ਕੇ ਜਦੋਂ ਪਟਨੇ ਦੇ ਬਾਜ਼ਾਰਾਂ 'ਚ ਜਾਂਦੇ ਨੇ ਨਾ, ਦੁਕਾਨਦਾਰਾਂ ਨੂੰ ਕਹਿੰਦੇ ਵੀ ਆ ਪੱਥਰ ਲੈ ਲਓ ਤੇ ਇਹਦੇ ਬਦਲੇ ਕੁਝ ਖਾਣ ਵਾਸਤੇ ਦੇ ਦਿਓ। ਹੁਣ ਸਾਧ ਸੰਗਤ ਪੱਥਰ ਕਿੱਥੇ ਵਿਕੇਗਾ ਜੀ? ਪਰ ਉਸ ਪੱਥਰ ਦੀ ਬਣਤਰ ਇਹੋ ਜਿਹੀ ਸੀ ਜਿਹਨੂੰ ਚੰਗਾ ਲੱਗਾ। ਕਿਸੇ ਨੇ ਕਹਿਤਾ ਮੈਂ ਅੱਧਾ ਕਿਲੋ ਚੌਲ ਦੇ ਦਿਆਂਗਾ, ਮੈਂ ਪਾ ਚੀਨੀ ਦੇ ਦਿਆਂਗਾ, ਇਹ ਤੋਂ ਉੱਪਰ ਕਿਸੇ ਨੇ ਕੀਮਤ ਨਹੀਂ ਪਾਈ। ਔਰ ਕਹਿੰਦੇ ਤੁਰਦੇ ਤੁਰਦਿਆਂ ਭਾਈ ਮਰਦਾਨਾ ਜੀ ਨਾ ਇੱਕ ਸੁਨਿਆਰੇ ਦੀ ਦੁਕਾਨ 'ਤੇ ਚਲੇ ਗਏ। ਜਦੋਂ ਸੁਨਿਆਰੇ ਦੀ ਦੁਕਾਨ 'ਤੇ ਗਏ, ਹੁਣ ਕੁਦਰਤੀ ਗੱਲ ਹੈ ਸਾਧ ਸੰਗਤ, ਸੋਨੇ ਦੀ ਪਰਖ ਕੇਵਲ ਸੁਨਿਆਰੇ ਨੂੰ ਹੈ ਜੀ। ਸਾਡੇ ਭਾਣੇ 'ਤੇ ਸਾਰੀ ਪੀਲੀ ਚੀਜ਼ ਸੋਨਾ ਹੈ। ਜਦੋਂ ਉਸ ਸੁਨਿਆਰੇ ਦੀ ਦੁਕਾਨ 'ਤੇ ਭਾਈ ਮਰਦਾਨਾ ਜੀ ਗਏ, ਉਹਨਾਂ ਕਿਹਾ ਵੀ ਆ ਪੱਥਰ ਲੈ ਲਓ, ਇਹਦੇ ਬਦਲੇ ਕੁਝ ਪੈਸੇ ਦੇ ਦਿਓ। ਅਤੇ ਜਦੋਂ ਉਸ ਸੁਨਿਆਰੇ ਨੇ ਬੜੇ ਧਿਆਨ ਦੇ ਨਾਲ ਵੇਖਿਆ ਨਾ, ਬੇਸਿਕਲੀ ਪੱਥਰ ਨਹੀਂ ਸੀ। ਇੱਕ ਸੋਨਾ ਹੁੰਦਾ, ਸੋਨੇ ਤੋਂ ਉੱਪਰ ਹੁੰਦਾ, ਉਹਨੂੰ ਹੀਰਾ ਕਹਿੰਦੇ ਨੇ। ਇੱਕ ਹੀਰੇ ਤੋਂ ਉੱਤੇ ਹੁੰਦਾ ਜੀ ਮੈਟਲ, ਉਹਨੂੰ ਕਹਿੰਦੇ ਨੇ ਲਾਲ। ਉਹ ਦਰਅਸਲ ਇੱਕ ਲਾਲ ਸੀ, ਔਰ ਲਾਲ ਦੀ ਕੀਮਤ ਕੋਈ ਨਹੀਂ ਹੈ ਜੀ, ਹੀਰੇ ਤੋਂ ਕੀਮਤੀ ਹੈ। ਉਸ ਜੋਰੀ ਨੇ ਇੱਕਦਮ ਪਹਿਚਾਣ ਲਿਆ ਜੀ, ਔਰ ਉਸ ਜੋਰੀ ਨੇ ਉਸ ਵਕਤ ਕੁਝ ਕੁ ਪੈਸੇ ਆਪਣੇ ਕੋਲੋਂ ਦੇ ਕੇ ਭਾਈ ਮਰਦਾਨਾ ਜੀ ਨੂੰ ਇੱਕ ਗੱਲ ਕਹੀ ਸੀ। ਕਹਿੰਦੇ ਗੁਰਮੁਖਾ, ਇਹਦੀ ਤੇ ਕੀਮਤ ਹੀ ਕੋਈ ਨਹੀਂ, ਕਿੱਥੇ ਵੇਚ ਰਿਹਾ ਤੂੰ? ਦਰਅਸਲ ਇਹਦੀ ਕੀਮਤ ਹੀ ਕੋਈ ਨਹੀਂ ਹੈ, ਤੇ ਮੈਂ ਵੀ ਇਹਨੂੰ ਨਹੀਂ ਖਰੀਦ ਸਕਦਾ, ਮੇਰੀ ਪਾਇਆ ਨਹੀਂ ਹੈਗੀ ਇੰਨਾ ਕੀਮਤੀ ਖਰੀਦ ਸਕਾਂ। ਆ ਕੁਝ ਕੁ ਪੈਸੇ ਲੈ ਜਾ ਤੇ ਤੂੰ ਇਹਨੂੰ ਵੀ ਵਾਪਸ ਲੈ ਕੇ ਜਾ। ਬਸ ਇੱਕ ਕੰਮ ਕਰ, ਜਿਸ ਆਦਮੀ ਦੇ ਕੋਲੋਂ ਲੈ ਕੇ ਆਇਆ ਨਾ, ਮੈਨੂੰ ਇੱਕ ਵਾਰ ਉਹਦੇ ਦਰਸ਼ਨ ਜ਼ਰੂਰ ਕਰਾ, ਵੀ ਜਿਹਨੂੰ ਇਹਦੀ ਪਰਖ ਹੈ, ਮੈਂ ਵੇਖਣਾ ਚਾਹੁੰਦਾ ਜੀ ਉਹ ਕੌਣ ਹੈ। ਔਰ ਇਹ ਜਿਹੜਾ ਜੋਰੀ ਸੀ ਨਾ, ਜੋਰੀ, ਇਸ ਜੋਰੀ ਦਾ ਨਾਮ ਸੀ ਸ਼ਾਮਸਰਾਏ ਜੋਰੀ, ਪਟਨੇ ਦਾ ਰਹਿਣ ਵਾਲਾ ਸੀ। ਉਹ ਸ਼ਾਮਸਰਾਏ ਜੋੜੀ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਆਉਂਦਾ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਆ ਕੇ ਦੀਦਾਰ ਕਰਦਾ, ਗੁਰੂ ਪਾਤਸ਼ਾਹ ਦੇ ਨਾਲ ਜਦੋਂ ਵਿਚਾਰਾਂ ਹੁੰਦੀਆਂ ਨੇ ਨਾ, ਤੇ ਇਹੋ ਜਿਹਾ ਪ੍ਰਭਾਵਿਤ ਹੁੰਦਾ ਹੈ ਗੁਰੂ ਸਾਹਿਬ ਦੀ ਵਿਚਾਰਾਂ ਤੋਂ ਸਾਧ ਸੰਗਤ। ਉਹ ਇੱਕ ਗੱਲ ਕਹਿੰਦਾ ਵੀ ਸਤਿਗੁਰੂ ਨੂੰ ਕਿਰਪਾ ਕਰੋ, ਮੇਰੇ ਘਰ 'ਚ ਚੱਲੋ। ਔਰ ਗੁਰੂ ਸਾਹਿਬ ਦੇ ਘਰ 'ਚ ਜਾਂਦੇ ਨੇ। ਇਤਿਹਾਸ ਗਵਾਇਆ 3 ਦਿਨ ਧੰਨ ਗੁਰੂ ਨਾਨਕ ਸਾਹਿਬ ਉਸ ਜੋਰੀ ਦੇ ਘਰ ਰਹਿੰਦੇ ਨੇ ਜੀ, ਸ਼ਮਸਰਾਏ ਜੋਰੀ ਦੇ ਘਰ। ਜਿਸ ਸ਼ਮਸਰਾਏ ਜੋਰੀ ਦੇ ਘਰ 22 ਦਸੰਬਰ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੁੰਦਾ ਨਾ, ਇਸ ਘਰ ਦੇ ਵਿੱਚ ਸਭ ਤੋਂ ਪਹਿਲਾਂ ਚਰਨ ਧੰਨ ਗੁਰੂ ਨਾਨਕ ਸਾਹਿਬ ਨੇ ਪਾਏ ਸੀ ਜੀ। 22 ਦਸੰਬਰ 1666 ਉਸੇ ਘਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੁੰਦਾ। ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਕੋਈ ਇੱਕ ਛੋਟੀ ਮੋਟੀ ਗੱਲ ਨਹੀਂ ਸਾਧ ਸੰਗਤ। ਦੁਨੀਆ ਦੇ ਵਿੱਚ ਕਿਸੇ ਵੀ ਆਦਮੀ ਨੂੰ ਜੇ ਕਿਤੇ ਉਹਦੀ ਬਾਰੇ ਜਾਣ ਪਛਾਣ ਕਰਨੀ ਹੋਵੇ ਤੇ ਉਹਦੇ 3 ਤਰੀਕੇ ਹੁੰਦੇ ਨੇ ਜਾਣ ਪਛਾਣ ਕਰਨ ਦੇ। ਜਾਂ ਤਾਂ ਸਾਨੂੰ ਪਤਾ ਲੱਗੇਗਾ ਵੀ ਉਹਦਾ ਦਾਦਾ ਜਿਹੜਾ ਸੀ ਨਾ, ਉਹ ਪਿੰਡ 'ਚ ਬੜਾ ਨਾਮੀ ਆਦਮੀ ਹੁੰਦਾ ਸੀ, ਅਸੀਂ ਕਹਾਂਗੇ ਵੀ ਫਲਾਣੇ ਦਾ ਘਰ ਕਿੱਥੇ ਹੈ, ਉਹਦੇ ਪੁੱਤਰ ਦਾ ਘਰ ਕਿੱਥੇ। ਜਾਂ ਤਾਂ ਉਹ ਆਦਮੀ ਆਪ ਕੋਈ ਬੜਾ ਨਾਮੀ ਹੋਵੇ, ਉਹਨੇ ਇੱਦਾਂ ਦਾ ਕੰਮ ਕੀਤਾ ਹੋਵੇ, ਉਹਨੂੰ ਦੁਨੀਆ ਜਾਣਦੀ ਹੋਵੇ। ਜਾਂ ਤੀਜਾ ਪਛਾਣ ਦਾ ਢੰਗ ਹੁੰਦਾ ਜੀ, ਉਹਦੇ ਬੱਚਿਆਂ ਨੇ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਨਾ, ਤੇ ਅਸੀਂ ਕਹਿੰਦੇ ਹਾਂ ਜੀ ਉਹ ਜਿਹਦੇ ਬੱਚੇ ਫਲਾਣੀ ਥਾਂ 'ਤੇ ਡਾਕਟਰ ਲੱਗਾ ਨਾ, ਜਿਹਦਾ ਬੱਚਾ, ਉਹਨਾਂ ਦਾ ਘਰ ਕਿੱਥੇ ਆ। 3 ਹੀ ਪੈਮਾਨੇ ਹੁੰਦੇ ਨੇ ਪਛਾਣਨ ਦੇ। ਜਾਂ ਬੰਦੇ ਨੇ ਆਪ ਕੋਈ ਚੰਗਾ ਕੰਮ ਕੀਤਾ, ਜਾਂ ਉਹਦੇ ਵੱਡੇ ਵਡੇਰਿਆਂ ਨੇ ਕੀਤਾ, ਜਾਂ ਉਹਦੇ ਬੱਚਿਆਂ ਨੇ ਕੀਤਾ। ਪਰ ਧੰਨ ਕਲਗੀਧਰ ਪਾਤਸ਼ਾਹ ਦਾ ਜਦੋਂ ਜੀਵਨ ਬਰਾਂਤ ਪੜ੍ਹਦੇ ਆ ਨਾ, ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਉਹ ਸ਼ਬਦ ਭਾਈ ਸਾਹਿਬ ਪੜ੍ਹ ਗਏ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਹਨੂੰ ਗੁਰ ਜਨਿਆ ਮਾਏ। ਕਿਆ ਬਾਤ ਹੈ ਜੀ। ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਕਿੱਥੋਂ ਵੇਖੋਗੀ ਜੀ, ਜਿੱਥੇ ਪਿਤਾ ਉਹ ਗੁਰੂ ਤੇਗ ਬਹਾਦਰ ਹੈ ਜੀ, ਜਿੱਥੇ ਪਿਤਾ ਗੁਰੂ ਤੇਗ ਬਹਾਦਰ ਹੈ, ਉੱਥੇ ਪੁੱਤਰ ਸਾਹਿਬਜ਼ਾਦੇ ਨੇ।
ਔਰ ਸੱਚ ਗੁਰੂ ਗੋਬਿੰਦ ਸਿੰਘ ਦਾ ਜੀਵਨ ਸਾਧ ਸੰਗਤ ਬਹੁਤ ਦੁਨੀਆ ਦੇ ਕੋਲੋਂ ਅੱਡ ਸੀ ਜੀ। ਜੇ ਸੱਚਮੁੱਚ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਨੂੰ ਡੂੰਘਾਈ ਦੇ ਵਿੱਚ ਵੇਖੀਏ ਤੇ ਉਹ ਅੱਜ ਵੀ ਆਵਾਜ਼ਾਂ ਮਾਰ ਮਾਰ ਕੇ ਕਹਿੰਦੀ ਹੈ ਵੀ ਨਹੀਂ ਖਾਲਸਾ ਜੀ, ਗੁਰੂ ਸਾਹਿਬ ਦਾ ਜੀਵਨ ਕੁਛ ਹੋਰ ਸੀ ਜੀ। ਤੁਸੀਂ ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇਣ ਲੱਗਾ। ਦੁਨੀਆ ਦੇ ਇਤਿਹਾਸ ਦੇ ਵਿੱਚ ਜਦੋਂ ਕੋਈ ਆਦਮੀ ਤਖਤ ਤੇ ਬੈਠਦਾ ਨਾ, ਕਿਸੇ ਤਖਤ ਤੇ, ਕਿਸੇ ਸਿੰਘਾਸਣ ਤੇ ਬੈਠਦਾ, ਉਹਦੇ ਮੋਢਿਆਂ ਤੇ ਜਦੋਂ ਜ਼ਿੰਮੇਵਾਰੀ ਪਾਈ ਜਾਂਦੀ ਹੈ ਨਾ, ਤੇ ਉਹਦੇ ਮੋਢਿਆਂ ਤੇ ਛਾਲ ਲਿਆ ਕੇ ਪਾਈ ਜਾਂਦੀ। ਪੁਰਾਣੇ ਸਮਿਆਂ 'ਚ ਉਹਦੇ ਸਿਰ ਤੇ ਮੁਕਟ ਪਾਇਆ ਜਾਂਦਾ ਸੀ ਵੀ ਆ ਤੇਰੇ ਸਿਰ ਤੇ ਜ਼ਿੰਮੇਵਾਰੀ ਪਾਉਣ ਲੱਗੇ ਆ, ਤੇਰੇ ਸਿਰ ਤੇ ਮੁਕਟ ਪਾਉਣ ਲੱਗੇ ਆ, ਤੇਰੇ ਮੋਢਿਆਂ ਤੇ ਅਸੀਂ ਛਾਲ ਪਾਉਣ ਲੱਗੇ। ਜਾਂ ਦੂਰ ਨਾ ਜਾਓ ਜੀ, ਜਦੋਂ ਸਾਡੇ ਪਿੰਡ 'ਚ ਕੋਈ ਕਿਤੇ ਸਰਪੰਚ, ਪੰਚ, ਖੜਪੰਚ, MLA ਜਿੱਤ ਜਾਂਦਾ ਤੇ ਅਸੀਂ ਵੀ ਉਹਦੇ ਘਰ ਜਾਂਦੇ ਹਾਂ, ਅਸੀਂ ਮਿੱਠਾ ਲੈ ਕੇ ਆਏ ਹਾਂ ਤੇਰੇ ਘਰ ਭਾਈ, ਤੇਰੇ ਮੋਢਿਆਂ ਤੇ ਜ਼ਿੰਮੇਵਾਰੀ ਪਿੰਡ ਦੀ ਪਾਉਣ ਲੱਗੇ। ਅਸੀਂ ਉਹਦੇ ਗਲ ਦੇ ਵਿੱਚ ਸਰੋਪੇ ਪਾਉਂਦੇ ਹਾਂ ਵੀ ਤੇਰੇ ਸਿਰ ਤੇ ਜ਼ਿੰਮੇਵਾਰੀ ਪਾਈ ਹੈ। ਜਿਹੜਾ ਧਿਆਨ ਗੁਰੂ ਕਲਗੀਧਰ ਪਾਤਸ਼ਾਹ ਵਾਲੇ ਪਾਸੇ ਲੈ ਜਾਓ ਜੀ। ਜਿੱਦਣ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੀ ਬਾਗਡੋਰ ਸਾਂਭੀ ਹੈ ਨਾ ਸਾਧ ਸੰਗਤ, ਤੁਹਾਨੂੰ ਪਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਪਹਿਲਾ ਸਰੋਪਾ ਕੀ ਦਿੱਤਾ ਗਿਆ ਸੀ? ਜਿੱਦਣ ਪੰਥ ਦੀ ਬਾਗਡੋਰ ਗੁਰੂ ਕਲਗੀਧਰ ਪਾਤਸ਼ਾਹ ਦੇ ਹੱਥ ਗਈ ਤੇ ਸਭ ਤੋਂ ਪਹਿਲਾ ਸਰੋਪਾ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਦੇ ਪਿਤਾ ਦਾ ਸੀਸ ਦਿੱਤਾ ਗਿਆ ਸੀ। ਇਹ ਦੁਨੀਆ ਦਾ ਪਹਿਲਾ ਬਾਦਸ਼ਾਹ ਜੀ ਭਾਈ ਗੁਰਦਾਸ ਦੂਜੀ ਅਸੀਂ ਪੜ੍ਹਦੇ ਹਾਂ ਨਾ, ਹੱਕ ਅੰਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸੱਚਮੁੱਚ ਦੁਨੀਆ ਦੇ ਵਿੱਚ ਇਹੋ ਜਿਹਾ ਕੌਣ ਬਾਦਸ਼ਾਹ ਜੀ ਜਿਹੜਾ ਬਾਦਸ਼ਾਹ ਜਿੱਦਣ ਤਖਤ ਤੇ ਬਹਿੰਦਾ ਉਹਦੇ ਤਖਤ 'ਚ ਬਹਿੰਦੇ ਹੀ ਉਹਦੇ ਹੱਥ 'ਚ ਉਹਦੇ ਪਿਤਾ ਦਾ ਸੀਸ ਦਿੱਤਾ ਗਿਆ ਹੋਵੇ ਜੀ। ਇਸੇ ਕਰਕੇ ਤੇ ਦੁਨੀਆ ਦੇ ਲੋਕੀ ਕਹਿੰਦੇ, ਉਹ ਦੁਨੀਆ ਦੇ ਲੋਕੋ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੋਈ ਆਮ ਆਦਮੀ ਨਾ ਸਮਝੇ। ਇਹ ਤੇ ਉਹ ਹੈ ਸ਼ਖਸੀਅਤ ਹੈ ਜਿਹੜਾ ਤਖਤ ਤੇ ਬਹਿੰਦਾ ਤੇ ਪਿਤਾ ਦਾ ਹੱਥ ਦੇ ਵਿੱਚ ਸੀਸ ਫੜਦਾ। ਔਰ ਸੀਸ ਵੀ ਕਾਹਦੇ ਲਈ? ਅਸੀਂ ਸਾਰੇ ਜਾਣਦੇ ਹਾਂ ਜੀ, 14 ਜੰਗਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ ਨੇ। ਔਰ ਦੁਨੀਆ ਦੇ ਇਤਿਹਾਸ ਵਿੱਚ ਜਿੱਦਣ ਤੋਂ ਆਦਮੀ ਨੇ ਹੋਸ਼ ਸੰਭਾਲੀ ਹੋਈ ਹੈ ਨਾ, ਉਹ ਉਦੋਂ ਤੋਂ ਜੰਗਾਂ ਉਹਦੇ ਜੀਵਨ ਦੇ ਨਾਲ ਜੁੜੀਆਂ ਨੇ। ਤੁਸੀਂ ਜਿਹਨੂੰ ਦੁਨੀਆ ਦੇ ਲੋਕੀ ਵੈਸੇ ਬਾਣੀ ਨਹੀਂ ਮੰਨਦੀ, ਇਹ ਦੁਨੀਆ ਦੇ ਲੋਕੀ ਮੰਨਦੇ ਵੀ ਕਿਤੇ ਸਤਯੁਗ ਹੁੰਦਾ ਸੀ, ਤ੍ਰੇਤਾ ਯੁੱਗ ਹੁੰਦਾ ਸੀ। ਬਾਣੀ 13ਵਾਂ ਸ਼ਲੋਕ ਹੈ ਜੀ, ਆਸਾ ਕੀ ਵਾਰ ਦਾ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ। ਉੱਥੇ ਗੁਰੂ ਪਾਤਸ਼ਾਹ ਨੇ ਕਲੀਅਰ ਕਰਤਾ, ਕਹਿੰਦੇ ਕਿਹੜਾ ਕਲਯੁਗ, ਕਿਹੜਾ ਸਤਯੁਗ। ਅਸੀਂ ਵੀ ਕਹਿੰਦੇ ਨਾ ਕਈ ਵਾਰ, ਉਹ ਵੇਖੋ ਜੀ ਕਲਯੁਗ ਆ ਗਿਆ, ਸਾਡੇ ਬੱਚੇ ਸਾਡੀ ਗੱਲ ਨਹੀਂ ਮੰਨਦੇ, ਕਲਯੁਗ ਆ ਗਿਆ। ਇੱਥੇ ਤੇ ਉਹ ਵੀ ਬੱਚੇ ਨੇ ਸਵੇਰੇ ਜਿਹੜੇ ਉੱਠਦੇ ਹੀ ਜਾ ਕੇ ਮਾਤਾ ਪਿਤਾ ਦੇ ਕੋਲ ਜਾ ਕੇ ਨਕਮਸਤਕ ਹੁੰਦੇ ਨੇ। ਜ਼ਿਆਦਾ ਕੋਲ ਕਰੋਗੇ ਆਵਾਜ਼ ਫਟੇਗੀ। ਉਹ ਵੀ ਤੇ ਬੱਚੇ ਨੇ ਨਾ ਜੀ। ਤੇ ਫਿਰ ਉਹ ਕਿਹੜੇ ਯੁੱਗ 'ਚ ਰਹਿ ਰਹੇ ਨੇ? ਉਹਨਾਂ ਵਾਸਤੇ ਕੋਈ ਵੱਖਰਾ ਯੁੱਗ ਥੋੜ੍ਹਾ ਹੈ। ਜੇ ਸਾਡੇ ਬੱਚੇ ਸਾਡੀ ਗੱਲ ਨਹੀਂ ਮੰਨਦੇ, ਅਸੀਂ ਕਹਿੰਦੇ ਹਾਂ ਕਲਯੁਗ ਆ ਗਿਆ, ਤੇ ਜਿਨ੍ਹਾਂ ਦੇ ਮੰਨਦੇ ਨੇ, ਸਤਿਗੁਰੂ ਕਹਿੰਦੇ ਨਾ ਭਰਾਵਾ ਕੋਈ ਕਲਯੁਗ ਹੈ ਤੇ ਨਾ ਸਤਯੁਗ ਹੈ, ਇਹ ਤੇਰੇ ਆਪਣੇ ਹੱਥ 'ਚ ਹੈ, ਤੂੰ ਕਿੱਥੇ ਜਾਏਗਾ। ਹੁਣ ਸਤਯੁਗ ਦੀ ਨਿਸ਼ਾਨੀ ਕੀ ਦੱਸੀ ਸੀ? ਉੱਥੇ ਧਰਮ ਅਗੈ ਰਥਵਾ, ਉੱਥੇ ਧਰਮ ਹੀ ਧਰਮ, ਜਿੱਥੇ ਧਰਮ ਹੈ ਉੱਥੇ ਸਤਯੁਗ ਹੈ, ਤੇ ਜਿੱਥੇ ਕੂੜ ਹੈ ਉੱਥੇ ਕਲਯੁਗ ਹੈ। ਹੁਣ ਦੁਨੀਆ ਦੇ ਵਿੱਚ ਯੁਗਾਂ ਜਗੰਤਰਾਂ ਤੋਂ ਸਾਧ ਸੰਗਤ ਜੰਗਾਂ, ਯੁੱਧਾਂ, ਧਰਮ ਦੇ ਇਸ ਸਮਾਜ ਦੇ ਨਾਲ ਜੁੜੀਆਂ ਨੇ। ਪਰ ਹਰ ਇੱਕ ਜੰਗ ਦੇ ਪਿੱਛੇ 3 ਕਾਰਨ ਨੇ ਜੀ। ਜਾਂ ਜੰਗ ਜ਼ਰ ਕਰਕੇ, ਪੈਸੇ ਕਰਕੇ, ਜਾਂ ਜ਼ੋਰੂ ਕਰਕੇ, ਔਰਤ ਕਰਕੇ, ਜਾਂ ਜ਼ਮੀਨ ਕਰਕੇ, ਪ੍ਰੋਪਰਟੀ ਕਰਕੇ। ਜੰਗ ਦਾ ਅੱਜ ਤੱਕ ਚੌਥਾ ਕੋਈ ਕਾਰਨ ਨਹੀਂ ਹੈ। ਅੱਜ ਵੀ ਹਿੰਦੁਸਤਾਨ ਪਾਕਿਸਤਾਨ ਖਹਿੰਡੇ ਨੇ, ਚਾਈਨਾ ਨਾਲ ਖਹਿੰਡੇ ਨੇ, ਜ਼ਮੀਨਾਂ ਕਰਕੇ ਤੇ ਝਗੜਾ ਹੈ। ਗੁਰੂ ਪਾਤਸ਼ਾਹ ਨੇ ਜੀਵਨ ਦੇ ਵਿੱਚ 14 ਜੰਗਾਂ ਲੜੀਆਂ ਨੇ ਜੀ। ਅਸੀਂ ਦੱਸ ਨਹੀਂ ਸਕੇ ਦੁਨੀਆ ਦੇ ਲੋਕੋ, ਇੱਕ ਵੀ ਜੰਗ ਜ਼ਮੀਨ ਕਰਕੇ ਨਹੀਂ ਹੈ। 14 ਦੀਆਂ 14 ਜੰਗਾਂ ਕਾਹਦੇ ਲਈ ਨੇ? ਦੁਨੀਆ ਦੇ ਲੋਕਾਂ ਨੂੰ ਧਰਮ ਦੀ ਆਜ਼ਾਦੀ ਦਿਵਾਉਣ ਦੇ ਵਾਸਤੇ। ਆ ਕਸ਼ਮੀਰ ਦੀ ਧਰਤੀ ਤੇ ਕੀ ਸੀ? ਇਹ ਧਰਮ ਦੇ ਉੱਤੇ ਹੀ ਤੇ ਧੱਕਾ ਹੋ ਰਿਹਾ ਸੀ ਸਾਧ ਸੰਗਤ। ਜ਼ਬਰੀ ਲੋਕਾਂ ਦਾ ਧਰਮ ਪਰਿਵਰਤਨ, ਜ਼ਬਰੀ ਉਹਨਾਂ ਨੂੰ ਤਲਵਾਰ ਦੀ ਜ਼ੋਰ ਦੇ ਨਾਲ ਆਪਣੇ ਸ਼ਹਿਰ ਦੇ ਵਿੱਚ ਲਿਆਉਣਾ। ਔਰ ਸਭ ਤੋਂ ਪਹਿਲਾ ਤੋਹਫਾ 9 ਸਾਲ ਦੀ ਉਮਰ 'ਚ ਅਸੀਂ ਸਾਰਿਆਂ ਨੇ ਬਾਖੂਬ ਇਤਿਹਾਸ ਸੁਣਿਆ ਆਪਣੇ ਵੱਡਿਆਂ ਵਡੇਰਿਆਂ ਦੇ ਕੋਲੋਂ, ਬਜ਼ੁਰਗਾਂ ਦੇ ਕੋਲੋਂ। 9 ਸਾਲ ਦੀ ਉਮਰ ਦੇ ਵਿੱਚ ਕਿੱਡਾ ਵੱਡਾ ਤੋਹਫਾ ਹੈ ਜੀ। ਜਿੱਦਣ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਨੂੰ ਮਿਲਦੇ ਨੇ ਨਾ, ਉਦੋਂ ਗੁਰੂ ਗੋਬਿੰਦ ਸਿੰਘ ਦੀ ਉਮਰ 3.5 ਸਾਲ ਦੀ ਸੀ। ਜਿੱਦਣ ਪਹਿਲੀ ਵਾਰ ਆਪਣਾ ਬਾਪੂ ਵੇਖਿਆ ਨਾ, ਉਦੋਂ ਉਮਰ 3.5 ਸਾਲ ਦੀ ਸੀ। ਜਿੱਦਣ ਆਖਰੀ ਵਾਰ ਆਪਣਾ ਬਾਪੂ ਵੇਖਿਆ ਨਾ, ਉਦੋਂ ਉਮਰ 9 ਸਾਲ ਦੀ ਸੀ। ਹੁਣ ਲਾਓ ਤੁਸੀਂ ਜੀ, ਦੁਨੀਆ ਦੇ ਵਿੱਚ ਹੈ ਕੋਈ ਇਹੋ ਜਿਹੀ ਸ਼ਖਸੀਅਤ? ਇੱਥੇ ਤੇ ਸਵੇਰੇ ਘਰੋਂ ਕੰਮਾਂ ਗਏ, ਸ਼ਾਮ ਨੂੰ ਕਿਤੇ ਘੰਟਾ 1.5 ਘੰਟਾ ਬਾਪੂ ਲੇਟ ਆ ਜਾਏ ਨਾ,
तो बच्चे फोन कर करके उत्ते दवाई पा देंगे ने। इत्थे वो शख्सीयत है जी जिहदी असीं गल करन लगे हाँ। एवें थोड़ा सत्संगत कोई गैर किसी की तारीफ करता। तुसीं मेरे अपने बैठे हो जी, तुसीं मेरी जिन्नी मर्जी प्रशंसा करो, जदों गैर तुहाडी तारीफ करता ना उदन जरूर सोचियो जिहदी गैर तारीफ करता कोई ना कोई गल है जी। अल्लाह यार खान जोगी कौन सी जी? किन्नी वड्डी सज़ा मिली है जी उन्होंने गुरु गोबिंद सिंह की तारीफ करन दी। तुहानूं पता किन्नी वड्डी सज़ा मिली है? किन्नी वड्डी सज़ा है जी? तुसीं सारे बैठ के फैसला कर दिओ भी हरमीत सिंह नूं पंथ च कढ दईए। किन्नी वड्डी सज़ा है? अल्लाह यार खान जोगी नूं इस्लाम दे विचों कढ दिता गया सी जी। और कसूर की सी? इक्को ही कसूर सी अल्लाह यार खान जोगी दा भी उन्हें गुरु गोबिंद सिंह महाराज की बड़ी तारीफ की, उन्हें तो हद बनने की तारीफ की। और कीती कादे लई है? उन्हें इक्को ही चीज़ गुरु गोबिंद सिंह के जीवन चों वेखी। वो कहता बस इक्को ही चीज़ सी गुरु गोबिंद सिंह के जीवन के विच, उन्हें अपने लिए कुछ नहीं किया। उन्हें 42 साल तक जिहड़ा भी काम किया दुनिया के वास्ते किया। 9 साल की उम्र च पिता दे देना जी। और सच जाने 9 साल की उम्र नूं पिता दे के 42 साल तक सारी जिंदगी जतीमां वाली कढ़नी। बड़े कमाल दियां कवि दियां लाइनां सी। बेबस आए कश्मीरी पड़तां दी बांह फड़ी ते फड़ी गोबिंद सिंह ने, उम्र भर दी जतीमी बेगानियां लई मत्थे अपने मड़ी गोबिंद सिंह ने। 2 पुत्र सरहंद ते वारे 2 चमकौर दी गढ़ी गोबिंद सिंह ने, किस्मत अपनी दाऽ ते ला के किस्मत देश दी घड़ी गोबिंद सिंह ने। वो गल वखरी है साध संगत। जिस देश की किस्मत गुरु गोबिंद सिंह ने घड़न वास्ते अपना बापू जिहड़ा सी ना 9 साल की उम्र च दिल्ली दे विच भेजता ना, अज उस दिल्ली दे विच उस गुरु कलगीधर पातशाह तेरे 70 साल के बजुर्ग जिहड़े ने ना उस दिल्ली दे विच बैठे हुए हैं अज। पर बदकिस्मती एहसान फरोशमोशी दियां भी हद्दां ने जी। गुरु कलगीधर पातशाह ने अपना बापू दिल्ली दे विच भेजिया, पहला तोहफा। और इत्थे ही बस नहीं, जो जो पंथ दे नाल वादा कीता ना साध संगत, जो जो भी वादा कीता सी जी गुरु गोबिंद सिंह ने एक एक वादा निभाया है जी। एक एक वादा। जे गुरु कलगीधर पातशाह ने पंथ दे नाल सब तो पहला वादा कीता सी मैं अपना पिता देंगा जी तुहानूं, इहदे च कोई शक नहीं है जी। और गुरु गोबिंद सिंह वो शख्सियत है जी जिहदे पूरे परिवार दे विचों उहदे हिस्से च केवल अपने पिता दे सीस का संस्कार करना आया, बाकी संस्कार भी नहीं आया। केवल उन्हें अपने पिता का सीस का संस्कार किया जी। उन्होंने 4 बच्चों के विचों किसी एक बच्चे का संस्कार नहीं, 84 साल की माता का संस्कार नहीं, कोई उहदे हिस्से दे विच नहीं आया, कोई उहदे हिस्से दे विच नहीं आया। केवल पूरे परिवार चो एक पिता का सीस हत्थ दे विच आया जी, केवल एक सीस हत्थ दे विच आया। वो गुरु कलगीधर पातशाह का पहला पंथ नाल जिहड़ा वादा सी ना, वो सी पिता को कटा के जैसे खूल की खिलाई होली। तुहाडे दा वादा पूरा कीता जी। आ बड़ी कमाल दियां कवितां पढ़ के गए ने जी जांदियां जांदियां। दूजा पंथ नाल वादा सी टोटे टोटे करके पुत्र कटावांगा जी। और बाकूफ पंथ का क्या कमाल का उन्होंने वादा निभाया जी। और सच जाने साध संगत अज भी वो गल वखरी, इस दुनिया के रोले घचोले च सानू आवाज़ सुनाई नहीं दिंदी। अज भी तुहानूं गुरु साहब के परिवार नाल संबंधित जिन्नियां भी चीज़ां ने ना सारियां आवाज़ां मार मार के कुछ कह रही ने जी। आओ दुनिया के इस रोले घचोले चों जरा गुरु पातशाह के परिवार दीयां आवाज़ां सुनने की कोशिश करियो जी। अज भी तुसीं किते अपने बच्चों नूं लैके, मैं तो कहना जरूर जाओ जी। पंथ ने एक बड़ी कमाल की चीज़ सामभ के रखी है तुहाडे वास्ते। बड़े ध्यान नाल हुण सुनना मेरी बेनती च। पंथ ने तुहाडे वास्ते सामभ के रखी है जी मोरिंडे की जेल। जेल मोरिंडे की कदे जाके वेखियो, उहदे नाल नहीं जे पंथ ने छेड़छाड़ की। एडे एडे दे दरवाजे अजे तक उही दरवाजे ने जी, लक्कड़ दे उही सलाखां ने जी। उहदियां वो सलाखां अज भी एक आवाज़ां मारदियां ने पंथ जी। बस उन्हां दी आवाज़ सुनियो, आवाज़ां मारदियां ने। जिन्ने भी साहिबजादियां ते जुल्म होए ना, जिन्ने भी सितम जिहड़े असीं पढ़दे हां दुन्ना सिंह हंडूरीए नूं बई उन्हां नूं नेल कड्ढे गए, उन्हां नूं पिपल दे नाल बन के गलेला नाल पत्थर मारे गए, उन्हां नूं शमका नाल कुੱਟਿਆ गया। ये सब कुछ मोरिंडे च होया। मोरिंडा थाना सी। कहंदे जदों साहिबजादियां नूं काफ़ी ज़्यादा उन्होंने टॉर्चर किया ना, तो थक हार के जदों बैठ गए तो की वेखते हैं भी साहिबजादे दवारां नाल गल्लां करदे पए ने। बाबा जोरावर सिंह, बाबा फतेह सिंह दवारां नाल गल्लां करदे ने।
ਹੁਣ ਸਾਡੇ ਸਮਾਜ 'ਚ ਕੋਈ ਆਦਮੀ ਦੁਬਾਰਾ ਨਾਲ ਗੱਲਾਂ ਕਰੇ ਤੇ ਅਸੀਂ ਕੀ ਕਵਾਂਗੇ? ਅਸੀਂ ਕਵਾਂਗੇ ਇਹਦਾ ਤੇ ਮਾਨਸਿਕ ਸੰਤੁਲਨ ਵਿਗੜ ਗਿਆ ਵੀ ਦੁਬਾਰਾ ਨਾਲ ਗੱਲਾਂ ਕਰਦਾ। ਦੁਬਾਰਾ ਥੋੜ੍ਹਾ ਸੁਣਦੀਆਂ ਨੇ, ਇਹ ਤੇ ਕਹਾਣੀਆਂ ਬਣਾਈਆਂ ਨੇ ਨਾ। ਅਸੀਂ ਦੁਬਾਰਾ ਦੇ ਕੰਨ ਹੁੰਦੇ ਨੇ, ਦੁਬਾਰਾ ਨਹੀਂ ਸੁਣਦੀਆਂ ਸਤਸੰਗ। ਕਹਿੰਦੇ ਜਦੋਂ ਸਾਹਿਬਜ਼ਾਦੇ ਦੁਬਾਰਾ ਨਾਲ ਗੱਲਾਂ ਕਰ ਰਹੇ ਸੀ ਨਾ, ਤੇ ਜਾਨੀ ਖਾਨ ਮਾਨੀ ਖਾਨ ਦੇ ਪਹਿਰੇਦਾਰ ਉਹਨਾਂ ਦਾ ਮਖੌਲ ਉਡਾਉਂਦੇ ਨੇ, ਮਜ਼ਾਕ ਉਡਾਉਂਦੇ ਨੇ। ਕਹਿੰਦੇ ਨੇ ਉਹ ਬੱਚਿਓ, ਇਹ ਕੀ ਦੁਬਾਰਾ ਨਾਲ ਗੱਲਾਂ ਕਰਦੇ ਹੋ? ਮੌਤ ਨੂੰ ਦੇਖ ਕੇ ਡਰ ਗਏ ਤੁਸੀਂ ਵੀ ਦੁਬਾਰਾ ਨਾਲ ਗੱਲਾਂ ਕਰ? ਦੁਬਾਰਾ ਨਹੀਂ ਸੁਣਦੀਆਂ ਕਿਸੇ ਦੀ ਗੱਲ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਜਵਾਬ ਸੀ, ਕਹਿੰਦੇ ਜੀ ਅਸੀਂ ਦੁਬਾਰਾ ਨਾਲ ਗੱਲਾਂ ਨਹੀਂ ਕਰ ਰਹੇ, ਅਸੀਂ ਇਹਨਾਂ ਦੁਆਰਾਂ ਦੇ ਦੁਆਰਾ ਆਪਣੇ ਪੰਥ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ। ਸਾਨੂੰ ਪਤਾ ਹੈ ਜਿਨ੍ਹਾਂ ਜੇਲ੍ਹਾਂ ਦੇ ਵਿੱਚ ਤੁਸੀਂ ਸਾਨੂੰ ਕੈਦ ਕੀਤਾ ਨਾ, ਆਉਣ ਵਾਲੇ ਸਮੇਂ 'ਚ ਰਹਿੰਦੀ ਦੁਨੀਆ ਤੱਕ ਇੱਥੇ ਤੇ ਗੁਰੂ ਦੇ ਪੰਥ ਨੇ ਨਾ ਇਸ ਜੇਲ੍ਹਾਂ ਦੀ ਮਿੱਟੀ ਵੀ ਲਾ ਕੇ ਕਰ ਲੈ ਜਾਣੀ ਹੈ ਮੱਥੇ ਤੇ ਲਾਉਣ ਦੇ ਵਾਸਤੇ। ਸਾਨੂੰ ਤੇ ਪਤਾ ਹੈ ਇੱਥੇ ਖਾਲਸਾ ਪੰਥ ਨੇ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਇੱਥੇ ਰਹਿਣਾ ਜੀ, ਇੱਥੇ ਪੰਥ ਰਿਹਾ ਕਰੇਗਾ। ਔਰ ਅਸੀਂ ਇਹਨਾਂ ਦੁਆਰਾਂ ਦੇ ਦੁਆਰਾ ਆਪਣੇ ਪੰਥ ਨੂੰ ਇੱਕ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਜਿੱਦਣ ਵੀ ਖਾਲਸਾ ਪੰਥ ਦਾ ਵਾਰਸ ਇਸ ਜੇਲ੍ਹ ਦੇ ਅੰਦਰ ਆਏ, ਕੋਤਵਾਲੀ ਸਾਹਿਬ ਦੇ ਅੰਦਰ, ਇਹ ਦੁਆਰਾਂ ਦੇ ਵਿੱਚੋਂ ਉਹਨਾਂ ਨੂੰ ਇੱਕ ਆਵਾਜ਼ ਆਏ, ਸਾਡਾ ਇੱਕ ਸੁਨੇਹਾ ਮਿਲੇ ਜੀ। ਉਹ ਅੱਜ ਵੀ ਹੈ, ਉਹ ਸੁਨੇਹਾ ਹੈ ਜੀ, ਖਾਲਸਾ ਪੰਥ ਜੀ, ਇਸ ਸਰੀਰ ਦੀ ਗੁਲਾਮੀ ਨਹੀਂ ਜੇ ਹੁੰਦੀ। ਸਰੀਰ ਕਰਕੇ ਕੋਈ ਜਿੰਨਾ ਮਰਜ਼ੀ ਤੁਹਾਨੂੰ ਗੁਲਾਮ ਬਣਾ ਲਵੇ, ਜਿੰਨਾ ਮਰਜ਼ੀ ਤੁਹਾਨੂੰ ਕੋਈ ਜੇਲ੍ਹਾਂ ਦੇ ਵਿੱਚ ਸੁੱਟ ਦੇਵੇ, ਜਿੰਨਾ ਮਰਜ਼ੀ ਸਲਾਖਾਂ 'ਚ ਡੱਕ ਦੇਵੇ, ਸਰੀਰ ਦੀ ਗੁਲਾਮੀ ਨਹੀਂ ਹੁੰਦੀ। ਇੱਕ ਗੱਲ ਚੇਤੇ ਰੱਖਿਆ ਜੇ, ਦੁਨੀਆ 'ਚ ਸਭ ਤੋਂ ਵੱਡੀ ਗੁਲਾਮੀ ਜਿਹੜੀ ਹੈ ਨਾ, ਉਹ ਸੁਰਤ ਦੀ ਗੁਲਾਮੀ ਹੁੰਦੀ ਜੀ। ਜੇ ਤੁਸੀਂ ਸਰੀਰ ਕਰਕੇ ਆਜ਼ਾਦ ਹੋਏ ਨਾ, ਤੁਸੀਂ ਕਿਰਪਾਨਾਂ ਵੀ ਪਾਈਆਂ, ਦਸਤਾਰਾਂ ਵੀ ਸਜਾਈਆਂ, ਤੁਸੀਂ ਸੁੰਦਰ ਦਾੜੇ ਵੀ ਨੇ, ਪਰ ਜੇ ਸੁਰਤ ਕਰਕੇ ਤੁਸੀਂ ਗੁਲਾਮ ਹੋ, ਤੁਹਾਡੇ ਸਰੀਰ ਦੀ ਆਜ਼ਾਦੀ ਕੋਈ ਮਾਇਨਾ ਨਹੀਂ ਜੇ ਰੱਖਦੀ। ਬੜਾ ਪੰਥ ਅੱਜ ਸਰੀਰ ਕਰਕੇ ਆਜ਼ਾਦ ਹੈ ਜੀ, ਪੰਥ ਬਹੁਤ ਸਰੀਰ ਕਰਕੇ ਆਜ਼ਾਦ ਹੈ, ਕੋਈ ਪਾਬੰਦੀ ਨਹੀਂ। ਪਰ ਸਾਧ ਸੰਗਤ ਸੁਰਤ ਕਰਕੇ ਗੁਲਾਮੀ ਵਾਲੇ ਪਾਸੇ ਧਿਆਨ ਮਾਰੀਏ, ਕਿਤੇ ਮੇਰਾ ਪੰਥ ਅੱਜ ਸੁਰਤ ਕਰਕੇ ਗੁਲਾਮ ਤੇ ਨਹੀਂ ਹੋ ਗਿਆ। ਸਾਧ ਸੰਗਤ ਸਰੀਰ ਕਰਕੇ ਤੇ ਸਾਰੇ ਹੀ ਯਾਦ ਆਣਾ ਜੈਸੀ। ਮੈਂ ਕੇਵਲ ਗੁਰੂ ਕਾ ਪਾਤਸ਼ਾਹ ਦੇ ਪਰਿਵਾਰ ਦੀਆਂ ਆਵਾਜ਼ਾਂ ਤੁਹਾਡੇ ਤੱਕ ਲਿਆਣੀਆਂ ਨੇ ਜੀ। ਜਿਹੜੇ ਪਰਿਵਾਰ ਦੀਆਂ ਕੰਧਾਂ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਨਾ, ਜ਼ਰੂਰ ਆਪਣੀ ਇਸ ਪਾਸੇ ਧਿਆਨ ਦਈਏ। ਅਸੀਂ ਸੁਰਤ ਕਰਕੇ ਗੁਲਾਮ ਤੇ ਨਹੀਂ ਹੈ ਕਿਤੇ। ਸੁਰਤ ਸਰੀਰ ਦੀ ਗੁਲਾਮੀ ਪਤਾ ਕੀ ਹੈ? ਤੁਹਾਨੂੰ ਸਰੀਰ 'ਚ ਜਬਰੀ ਤੌਰ ਤੇ ਨਹੀਂ ਤੁਹਾਨੂੰ ਕਿਰਪਾਨ ਪਾਉਣ ਦਿੱਤੀ ਜਾਏਗੀ, ਇਹ ਸਰੀਰ ਦੀ ਗੁਲਾਮੀ ਹੈ। ਅਸੀਂ ਨਹੀਂ ਤੁਹਾਨੂੰ ਦਸਤਾਰ ਬੰਨ੍ਹਣ ਦਿੰਦੇ, ਇਹ ਸਰੀਰ ਦੀ ਗੁਲਾਮੀ ਹੈ। ਇਹ ਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਸਾਡੇ ਇਲਾਕੇ 'ਚ ਹੋਵੇ। ਹੁਣ ਸੁਰਤ ਦੀ ਗੁਲਾਮੀ ਪਤਾ ਕੀ ਹੈ? ਸੁਰਤ ਦੀ ਗੁਲਾਮੀ ਜੀ ਸੁਰਤ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ, ਔਰ ਜਿਹੜੀ ਗੱਲ ਕਚਹਿਰੀ 'ਚ ਖੜੀ ਹੋ ਕੇ ਸਾਹਿਬਜ਼ਾਦਿਆਂ ਨੇ ਕਹੀ ਸੀ, ਉਹ ਕਹਿੰਦੇ ਤੁਸੀਂ ਸਾਡੇ ਦੁਸ਼ਮਣ ਹੋ। ਸਾਹਿਬਜ਼ਾਦਿਆਂ ਨੇ ਕਹੀ ਵੀ ਅਸੀਂ ਕਿੱਦਾਂ ਤੁਹਾਡੇ ਦੁਸ਼ਮਣ ਹੋ ਗਏ? ਸਾਡਾ ਗੁਰੂ ਤੇ ਸਾਨੂੰ ਸਿਖਾ ਗਿਆ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਅਸੀਂ ਕਿੱਦਾਂ ਤੁਹਾਡੇ ਦੁਸ਼ਮਣ? ਉਹ ਕਹਿੰਦੇ ਤੁਸੀਂ ਸਾਡੇ ਦੁਸ਼ਮਣ ਹੋ। ਉਹ ਕਹਿੰਦੇ ਅਸੀਂ ਤੁਹਾਡੇ ਦੁਸ਼ਮਣ ਨਹੀਂ ਹਾਂ ਜੀ। दरअसल गल विचों ये है कि बुत परस्ती से रोका तो हिंदू विटर गए, जब जुल्म से रोका तो मुसलमान बिगड़ गए। असी तुहाडे थोड़ा दुश्मन, असी ते बुत परस्ती दे दुश्मन आओ भरावो। असी विप्रवादी पूजा दे दुश्मन सां, असी बुत परस्ती दे दुश्मन सां। तुसी सानू अपना दुश्मन बना ले, साडा तुहाडे नाल कोई नहीं। असी जुल्म दे दुश्मन सां, जुल्म दे विदेशी हमलावर चढ़ के आउंदे सी, असी समाज नूं बचाउंदे सां, तुसी सानू अपना दुश्मन समझ लिया। बस साध संगत जे अज भी समाज दे विच गुरु ग्रंथ साहब नूं मत्था टेकण तो बाद ये सुरत थां थां ते उत्ते झुकदी रही ना जाके बड़ियां मट्ठां मसाणां ते समझ लिओ शरीर करके सारे यादां सी, पर सुरत दी गुलामी सारी कबूल करके बैठे होए जी। जे अज भी सच गुरु पातशाह दा जा पावन प्रकाश दिहाड़ा बना लिओ ना, जरूर एक पासे जरूर एक बार चिंतन करियो जी, असीं किते सुरत करके गुलाम ते नहीं हो गए। अज गुरु साहब तेरादार छड्ड के सानू तो नहीं किते होर रोट राट चढ़ाउण वास्ते जाना पैंदा। जे जाना पैंदा ते माफ़ करिया जे, ये मैं नहीं कहंदा मोरिंडे दीयां जेलां तुहानूं आवाज़ां मारदियां ने जी। पंथ जी सुरत करके गुलाम हो गए, असी गुलाम नहीं सां। और जिहड़ी चीज़ असी तुहानूं विरसे दे विच दे के गए सी ना, ये उस तों पहलां है ही नहीं सी। पता साहिबजादे सानूं की दे के गए ने जी। अज भी किते ठंडे बुरज दे कोल जाओ जी, ठंडा बुरज अज भी तुहानूं आवाज़ां मार मार के एक चीज़ कहंदा है जी। कहता पता तुहानूं असीं की तोहफा दे के चले? असीं तुहानूं अणख और गैरत दे नाल सिर उच्चा करके जिउण दा तोहफा दे के चले। तुसीं ठंडे बुरज नूं जिस पासों मर्जी वेखिओ जाके, गुरु पातशाह दे परिवार नाल संबंधित है। उहनूं तुसीं शहीदगढ़ वाले पासों वेखो, उहनूं तुसीं विवानगढ़ वाले पासों वेखो, उहनूं तुसीं रोजा शरीफ वाले पासों वेखो।
जिस पासियों भी तुसीं ठंडे बुरज नूं वेखोगे ना, एक गल चेता रखियो खालसा जी, एक तुहानूं अखां उच्चियां करनियां पैणगीਆਂ, दूजा तुहानूं गर्दन उच्ची करनी पवेगी। तुहानूं ठंडा बुरज अज भी आवाज़ां मारदा जी, कहंदा खालसा जी असीं भावें 2 रातां इस ठंड दे विच बड़ा कंबदे रहे हां, साडे ते बुੱਲ भी नीले पै चुके सी ठंड दे नाल। ਅਸੀਂ 2 ਰਾਤਾਂ ਬੜੀ ਮਾੜੀ ਕੰਡੀਸ਼ਨ ਦੇ ਵਿੱਚ ਇਸ ਬੁਰਜ 'ਚ ਰਹੇ ਹਾਂ, ਪਰ ਪੰਥ ਜੀ ਤੁਹਾਨੂੰ ਵੀ ਇੱਕ ਚੀਜ਼ ਵਿਰਸੇ ਦੇ ਵਿੱਚ ਦੇ ਗਏ ਹਾਂ। ਉਹ ਕੀ ਦੇ ਗਏ ਹਾਂ? ਅਣਖ ਦੇ ਨਾਲ ਅੱਖਾਂ ਚੁੱਕ ਕੇ ਤੇ ਸਿਰ ਚੁੱਕ ਕੇ ਜਿਉਣਾ ਤੁਹਾਨੂੰ ਦੇ ਕੇ ਗਏ। ਇਹ ਤੋਂ ਪਹਿਲਾਂ ਨਹੀਂ ਸੀ ਜੀ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਮੈਂ ਨਹੀਂ ਕਹਿੰਦਾ। ਇਹ ਤੋਂ ਪਹਿਲਾਂ ਪਤਾ ਕੀ ਸੀ ਸਾਡਾ? ਅਸੀਂ ਥੋੜ੍ਹਾ ਸਿਰ ਚੁੱਕ ਸਕਦੇ ਸਾਂ। ਬਾਣੀ ਦਾ ਸ਼ਬਦ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰਤ ਮਾਰੀ। ਇਹ ਤੋਂ ਪਹਿਲਾਂ ਜਦੋਂ ਅਸੀਂ ਤੁਰਦੇ ਸੀ ਨਾ ਬਾਜ਼ਾਰ ਦੇ ਵਿੱਚੋਂ, ਤੇ ਸਾਨੂੰ ਗਰਦਨ ਥੱਲੇ ਕਰਨੀ ਪੈਂਦੀ ਸੀ। ਇਹ ਤੇ ਬਾਣੀ ਦਾ ਹੀ ਸ਼ਬਦ ਹੈ, ਅੰਤਰ ਪੂਜਾ ਪੜ੍ਹੈ ਕਤੇਬਾ ਸੰਜਮ ਤੁਰਕਾ ਪਾਈ। ਇਹ ਤੇ ਸਾਨੂੰ ਸਾਹਿਬਜ਼ਾਦੇ ਦੇ ਕੇ ਗਏ ਨੇ ਜੀ। ਠੰਡੀਆਂ ਰਾਤਾਂ ਠੰਡੇ ਬੁਰਜ 'ਚ ਕੱਟ ਕੇ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਤੁਹਾਨੂੰ ਵਿਰਸੇ ਦੇ ਵਿੱਚ ਸਿਰ ਚੁੱਕ ਕੇ ਜਿਉਣ ਦੀ ਇਜਾਜ਼ਤ ਦੇ ਕੇ ਗਏ ਨੇ ਜੀ। ਤੁਸੀਂ ਅੱਜ ਐਡੀ ਕਿਰਪਾਨ ਪਾ ਕੇ ਘੁੰਮੋ ਜੀ, ਕਿੰਨਾ ਵੱਡਾ ਮਾਣ ਤੁਹਾਨੂੰ ਦੇ ਕੇ ਗਏ। ਜਿੱਥੇ ਠੰਡਾ ਬੁਰਜ ਸਾਨੂੰ ਆਵਾਜ਼ਾਂ ਮਾਰ ਮਾਰ ਕੇ ਇੱਕ ਗੱਲ ਕਹਿੰਦਾ ਨਾ, ਖਾਲਸਾ ਜੀ ਤੁਹਾਨੂੰ ਅਣਖ ਤੇ ਗੈਰਤ ਦੇ ਨਾਲ ਜਿਉਣਾ ਸਿਖਾ ਕੇ ਗਏ ਆ, ਉੱਥੇ ਇੱਕ ਆਵਾਜ਼ਾਂ ਹੋਰ ਨੇ ਸਾਧ ਸੰਗਤ। ਬਸ ਆਹ ਆਵਾਜ਼ ਸੁਣਿਓ ਜੀ, ਬਾ ਕਮਾਲ ਆਵਾਜ਼ ਵੱਜਦੀ ਹੈ। ਕਾਸ਼ ਕਿਤੇ ਪੰਥ ਦੀਆਂ ਕੰਨਾਂ ਤੱਕ ਇਹ ਆਵਾਜ਼ ਪਹੁੰਚ ਜਾਏ ਸਾਧ ਸੰਗਤ। ਉਹ ਆਵਾਜ਼ ਪਤਾ ਕਿੱਥੇ ਜੀ? ਤੁਸੀਂ ਵੇਖਿਓ ਜਦੋਂ ਸਾਡੇ ਆਹ ਸਮਾਗਮ ਹੁੰਦੇ ਨੇ ਨਾ, ਅੱਜ ਵੀ ਤੁਹਾਡਾ ਵੀ ਹੈਗਾ, ਗੁਰੂ ਨਾਨਕ ਸਾਹਿਬ ਦੇ ਹੁੰਦੇ ਨੇ, ਖਾਲਸਾ ਸਾਜਨਾ ਦਿਵਸ, ਬੜੇ ਗੁਰਪੁਰਬ ਅਸੀਂ ਬਣਾਉਂਦੇ ਹਾਂ। ਇਹਨਾਂ ਗੁਰਪੁਰਬਾਂ ਵਿੱਚ ਸਾਡੇ ਲੰਗਰ ਹੁੰਦੇ ਨੇ, ਚਾਹ ਪਾਣੀ ਦੇ। ਮੁਬਾਰਕ ਹੈ ਜੀ, ਪੰਥ ਦੀ ਰਵਾਇਤ 'ਤੇ ਚੱਲਣੇ ਚਾਹੀਦੇ ਨੇ। ਔਰ ਇਹਨਾਂ ਲੰਗਰਾਂ ਕਰਕੇ ਹੀ ਸਾਡਾ ਨਾਮ ਜੇ ਦੁਨੀਆ 'ਚ ਮੈਂ ਗੱਲ ਕਹਾਂ। ਆ ਦਿੱਲੀ 'ਚ ਕੀ ਲੈ ਕੇ ਗਏ ਹਾਂ ਅਸੀਂ ਦਿੱਲੀ 'ਚੋਂ ਆਪਣੇ ਗੁਰਦੁਆਰੇ 'ਚੋਂ ਕੋਈ ਚੀਜ਼ ਨਹੀਂ ਲੈ ਕੇ ਗਏ, ਸਭ ਕੁਝ ਅੰਦਰ ਹੀ ਹੈ ਸਾਡਾ। ਅਸੀਂ ਕੋਈ ਚੀਜ਼ ਦਿੱਲੀ 'ਚੋਂ ਆਪਣੇ ਗੁਰਦੁਆਰੇ 'ਚੋਂ ਬਾਹਰ ਲੈ ਕੇ ਗਏ ਹਾਂ ਜੀ, ਸਿਰਫ ਇੱਕ ਚੀਜ਼। ਤੇ ਪੂਰਾ ਵਿਸ਼ਵ ਤੁਹਾਡੇ ਪਾਸੇ ਦੇਖ ਕੇ ਘਬਰਾ ਗਿਆ, ਕਹਿੰਦੇ ਵੀ ਕਮਾਲ ਹੋ ਗਈ। ਅੱਜ ਪਤਾ ਦਿੱਲੀ 'ਚ ਅਸੀਂ ਗੁਰਦੁਆਰੇ 'ਚੋਂ ਕੋਈ ਚੀਜ਼ ਬਾਹਰ ਕੱਢੀ ਹੈ ਜੀ, ਕੇਵਲ ਲੰਗਰ ਲੈ ਕੇ ਗਏ ਹਾਂ ਦਿੱਲੀ 'ਚ। ਅਸੀਂ ਸਿਰਫ ਲੰਗਰ ਖੜੇ ਆ ਦਿੱਲੀ 'ਚ, ਪੂਰਾ ਵਿਸ਼ਵ ਹਿੱਲ ਪਿਆ। ਜਿੱਦਣ ਤੁਹਾਡੇ ਗੁਰਦੁਆਰੇ ਦੀ ਸਾਰੀ ਵਿਚਾਰਧਾਰਾ ਬਾਹਰ ਚਲੀ ਗਈ, ਜਿੱਦਣ ਤੁਹਾਡੇ ਗੁਰਦੁਆਰੇ ਦੀ ਨਾ ਕੋ ਬੈਰੀ ਨਹੀਂ ਬੇਗਾਨਾ, ਏਕ ਪਿਤਾ ਏਕ ਸਕੇ ਹਮ ਬਾਰਕ ਦੀ ਵਿਚਾਰਧਾਰਾ ਬਾਹਰ ਚਲੀ ਗਈ, ਉਦਣ ਕੀ ਹੋਵੇਗਾ? ਇਸ ਕਰਕੇ ਸਾਧ ਸੰਗਤ ਲੰਗਰ ਮੁਬਾਰਕ ਨੇ, ਪਰ ਤੁਸੀਂ ਇੱਕ ਚੀਜ਼ ਨੋਟ ਕਰਿਆ ਜੀ, ਜਿਹੜੇ ਸਾਡੇ ਆਹ ਸਮਾਗਮ ਹੁੰਦੇ ਨੇ ਨਾ, ਇਹਨਾਂ 'ਚ ਵੱਧ ਤੋਂ ਵੱਧ ਅਸੀਂ ਲੰਗਰ ਚਾਹ ਤੱਕ ਸੀਮਤ, ਅਸੀਂ ਚਾਹ ਤੱਕ ਕੰਮ ਚਲਾ ਦਿੰਦੇ। ਵੀ ਸਟਾਲ 'ਚ ਚਾਹ, ਦੁੱਧ ਦਾ ਬੜਾ ਘੱਟ ਹੁੰਦਾ। ਪਰ ਇੱਕ ਚੀਜ਼ ਹੁਣ ਧਿਆਨ ਨਾਲ ਸੁਣਨਾ, ਜਿੱਦਣ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਨਾ, ਉਹ ਜਿਹੜੇ 8-10 ਦਿਨ ਹੁੰਦੇ ਨੇ, ਉਸ ਦਿਨ ਸਾਡਾ ਥਾਂ ਥਾਂ 'ਤੇ ਦੁੱਧ ਦੇ ਸਟਾਲ ਹੁੰਦੇ ਨੇ, ਲੱਗਦੇ ਨੇ ਨਾ ਜੀ। ਅਸੀਂ ਹੋਸਪਿਟਲਾਂ ਦੇ ਬਾਹਰ ਵੀ ਲਾਉਂਦੇ ਹਾਂ। ਮੁਬਾਰਕ ਜੇ ਜੀ, ਇਹ ਲਾਣੇ ਚਾਹੀਦੇ ਨੇ। ਲਾਉਂਦੇ ਕਾਹਦੇ ਲਈ ਹੈ ਜੀ? ਅਸੀਂ ਇਸ ਦੁੱਧ ਦੇ ਦੁਆਰਾ ਉਸ ਮੋਤੀ ਮਹਿਰੇ ਨੂੰ ਨਕਮਸਤਕ ਹੁੰਦੇ, ਉਹਦੀ ਕੁਰਬਾਨੀ ਨੂੰ ਨਕਮਸਤਕ ਹੁੰਦੇ। ਪਰ ਮੇਰੀ ਇੱਕ ਬੇਨਤੀ ਜੇ ਸਾਧ ਸੰਗਤ, ਮੈਂ ਆਪ ਜੀ ਨੂੰ ਇੱਕ ਹੋਰ ਵਿਰਸਾ ਦੱਸਣ ਚੱਲਿਆ ਜੀ। ਗੁਰੂ ਕਲਗੀਧਰ ਪੱਤਰ ਪਾਤਸ਼ਾਹ ਸਾਨੂੰ ਇੱਕ ਚੀਜ਼ ਹੋਰ ਦੇ ਗਏ ਨੇ ਵਿਰਸੇ 'ਚ। ਦੁਨੀਆ ਦੇ ਸਭ ਤੋਂ ਕੀਮਤੀ ਦੁੱਧ ਦਾ ਮਾਲਕ ਸਾਨੂੰ ਬਣਾ ਕੇ ਗਏ ਨੇ ਜੀ ਗੁਰੂ ਕਲਗੀਧਰ ਪਾਤਸ਼ਾਹ। ਤੁਹਾਨੂੰ ਪਤਾ ਜੀ ਉਹ ਦੁੱਧ ਦੀ ਕੀ ਕੀਮਤ ਹੈ? ਜਿਹੜਾ ਦੁੱਧ ਇਹਨਾਂ ਸਟਾਲਾਂ 'ਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬਾਂ 'ਚ ਲਾਇਆ ਜਾਂਦਾ ਨਾ ਜੀ, ਇਹ ਬਹੁਤ ਕੀਮਤੀ ਹੈ। ਇਹਨੂੰ 50, 60, 70 ਰੁਪਏ ਵਾਲਾ ਦੁੱਧ ਨਾ ਸਮਝਿਓ। ਇਹਨੂੰ ਜਦੋਂ ਵੀ ਪੀਣ ਲੱਗੋ, ਇਹਦਾ ਗਲਾਸ ਹੱਥ 'ਚ ਫੜ ਕੇ ਨਾ ਇੱਕ ਵਾਰ ਸੁਰਤ ਜਿਹੜੀ ਹੈ ਜ਼ਰੂਰ ਉਸ ਮੋਤੀ ਮਾਰੇ ਵਾਲੇ ਪਾਸੇ ਲੈ ਜਾਓ। ਉਹ ਤੇ ਅੱਜ ਵੀ ਆਵਾਜ਼ਾਂ ਮਾਰ ਮਾਰ ਕੇ ਦੁੱਧ 'ਚੋਂ ਤੁਹਾਨੂੰ ਦੱਸਦਾ ਇਸ ਦੁੱਧ ਦੀ ਕੀਮਤ ਕੀ ਹੈ। ਪਤਾ ਕੀ ਕੀਮਤ ਹੈ ਜੀ ਉਸ ਦੁੱਧ ਦੀ? 70 ਸਾਲ ਦੀ ਮਾਂ ਸੀ ਜੀ ਮੋਤੀ ਮਹਿਰੇ ਦੀ, 70 ਸਾਲ ਉਮਰ ਸੀ। ਉਹਦਾ ਨਾਮ ਸੀ ਮਾਤਾ ਲੱਦੋ। ਉਸ ਮਾਤਾ ਲੱਦੋ ਨੂੰ ਫੜ ਕੇ ਜਿਸ ਵੇਲਣੇ ਦੇ ਵਿੱਚ ਗੰਨੇ ਪਾ ਕੇ ਰੋਹ ਕੱਢਦੇ ਆ ਨਾ, ਉਹਦੀ 70 ਸਾਲ ਦੀ ਮਾਂ ਵੇਲਣੇ ਦੇ ਵਿੱਚ ਦੇਤੀ ਸੀ। 70 ਸਾਲ ਉਮਰ ਸੀ ਉਹਦੀ ਜੀ। ਉਹਦਾ 14 ਸਾਲ ਦਾ ਪੁੱਤਰ ਸੀ ਨਰਾਇਣ। ਉਹਦੇ 14 ਸਾਲ ਦੇ ਪੁੱਤਰ ਨੂੰ ਫੜ ਕੇ ਵੇਲਣੇ ਦੇ ਵਿੱਚੋਂ ਲੰਘਾ ਦਿੱਤਾ ਸੀ। ਉਹਦੇ ਅੱਖਾਂ ਦੇ ਸਾਹਮਣੇ ਉਹਦੀ ਪਤਨੀ ਨੂੰ ਵੇਲਣੇ ਦੇ ਵਿੱਚੋਂ ਲੰਘਾਤਾ, ਮੋਤੀ ਮਹਿਰੇ ਨੂੰ ਵੇਲਣੇ ਦੇ ਵਿੱਚੋਂ ਲੰਘਾਤਾ, ਪੂਰੇ ਦਾ ਪੂਰਾ ਪਰਿਵਾਰ ਵੇਲਣੇ ਦੇ ਵਿੱਚੋਂ ਲਵਾ ਕੇ। ਅੱਜ ਵੀ ਤੁਹਾਨੂੰ ਆਵਾਜ਼ਾਂ ਮਾਰ ਮਾਰ ਕੇ ਖਾਲਸਾ ਜੀ ਇੱਕ ਗੱਲ ਕਹਿੰਦਾ ਜੀ, ਮੋਤੀ ਮਹਿਰੇ ਦਾ ਪਰਿਵਾਰ ਉਹ ਆਵਾਜ਼ਾਂ ਮਾਰ ਮਾਰ ਕੇ ਇੱਕ ਗੱਲ ਕਹਿੰਦਾ, ਖਾਲਸਾ ਜੀ ਆਹ ਦੁੱਧ ਦਾ ਗਲਾਸ ਹੱਥ 'ਚੋਂ ਪੜਨ ਤੋਂ ਪਹਿਲਾਂ ਇੱਕ ਪਾਰ ਜ਼ਰੂਰ ਸੁਰਤ ਇਸ ਪਾਸੇ ਲੈ ਜਾਓ, ਇਹਦੀ ਕੀਮਤ ਜਾਣਿਓ, ਇਹਦੀ ਕੀਮਤ ਕੀ ਹੈ, ਬਹੁਤ ਕੀਮਤੀ ਹੈ। ਤੁਹਾਡੇ ਹੱਥ ਦੇ ਵਿੱਚ ਇਸ ਦੁੱਧ ਦੇ ਗਲਾਸ ਨੂੰ ਲਿਆਉਣ ਵਾਸਤੇ ਮੈਂ 70 ਸਾਲ ਦੀ ਮਾਂ ਵੇਲਣੇ ਦੇ ਵਿੱਚੋਂ ਲੰਘਾਈ ਹੈ ਆਪਣੀ।
मैं सारा परिवार वेलणे चों लंघाया। इस करके मेरी बेनती जे कि जिदन भी किते सरहद की धरती ते जाओ, पंथ जी मेरे घर जरूर आयो। मैं अपना सारा परिवार वेलणे दे विचों लंघा के तुहाडे लई एक निशानी साम के रखी हुई है जी। अज भी फतेहगढ़ साहब की धरती ते वो निशानी है जी। तुहाडे लई 2 गिलास पे हुए ने उत्थे, जिन्हां गिलासां 'च साहिबजादियां ने दुध पीता ना जी। छाती चौड़ी करके दुनिया नूं क्या करो, साध संगत असी दुनिया के सब तो कीमती दुध के मालिक हाँ। किन्ना भी किसी को कीमती दुध क्यों ना होवे, पर जिस दुध का मालिक असी हाँ वो दुनिया का सब तो कीमती है जी। उस दुध के पिछे किसी की 70 साल की माता का खून खड़ा है जी। वो जवान पुत्र दियां आंदरां ने जी। वो पूरे का पूरा परिवार उस दुध के पिछे खड़ा है। असी दुनिया के सब तो कीमती दुध के मालिक हाँ जी। जिथे गुरु कलगीधर पातशाह ने विरसे दे विच सानू सब तो कीमती दुध के मालिक बनाया, उत्थे एक गल होर चेते रखिया जी। जिस दिन साध संगत सानू साडियां इस विरसे के बारे पता लग जाएगा ना, बच्चा जो जवान होंदा ना, उन्होंने पता लगता रहिंदा भी साडे इदां छोटा जो बच्चा होंदा ना, उन्होंने की पता होंदा, उन्होंने पता बाजार 'च 10 रुपए की चीज़ उन्हें 10 मंगनी। जे बाहर चीज़ कोई 50,000 की होवे, उन्हें घर आके घर दे दुआले हो जाना भी मैनूं दिओ, मैं लैनी है। छोटा बच्चा उन्होंने पैसे की कदर नहीं है। जदों वो जवान होंदा ना, उन्होंने उदण पता लगता भी सचमुच मेरे बाप की आ प्राप्ति है। जे गरीब होवेगा तो उन्होंने पता होएगा भी साडे कोल ते कुछ भी नहीं। जे अमीर होवेगा तो छाती चौड़ी करता भी साडी इन्नी वड्डी प्रॉपर्टी। सच जाने साध संगत, साडे बापू ने क्या कमाल की प्रॉपर्टी बनाई है जी साडे वास्ते। दुनिया दे विच उहदी मिसाल नहीं है जी, कोई एक एग्जाम्पल भी नहीं है दुनिया। जिसे करके कवि की लिखत है, वो कहता उहनूं की होर जहान दे विचों चाहीदा, ਉਹਨੂੰ ਕੀ ਹੋਰ ਜਹਾਨ ਦੇ ਵਿੱਚੋਂ ਚਾਹੀਦਾ, ਜਿਹਨੂੰ ਅਨੰਦਪੁਰ ਵਰਗੀ ਥਾਂ ਮਿਲ ਜੇ। ਬਾਪੂ ਮਿਲ ਗਏ ਜਿਹਨੂੰ ਕਲਗੀਧਰ ਵਰਾ, ਤੇ ਮਾਤਾ ਸਾਹਿਬ ਕੌਰ ਵਰਗੀ ਜਿਹਨੂੰ ਮਾਂ ਮਿਲ ਜੇ। ਕੀ ਚਾਹੀਦਾ ਜੀ ਜਹਾਨ ਦੇ ਵਿੱਚ? ਜਿੱਥੇ ਦੁਨੀਆ ਦੇ ਸਭ ਤੋਂ ਕੀਮਤੀ ਦੁੱਧ ਦੇ ਮਾਲਕ ਹਾਂ, ਉੱਥੇ ਸਾਧ ਸੰਗਤ ਇੱਕ ਚੀਜ਼ ਹੋਰ ਹੈ ਜੀ। ਦੁਨੀਆ ਦੇ ਵਿੱਚ ਕੰਧਾਂ ਬੜੀਆਂ ਨੇ ਜੀ। ਆ ਤੁਸੀਂ ਵੀ ਵੇਖੋ ਕਿੰਨੀ ਸ਼ਾਨਦਾਰ, ਮੈਂ ਵੇਖ ਰਿਹਾ ਸੀ ਕਿਆ ਕਮਾਲ ਦੀ ਕੰਧ ਬਣੀ, ਇਹਦੀ ਖੂਬਸੂਰਤੀ ਹੈ। ਸਾਡਿਆਂ ਘਰਾਂ 'ਚ ਵੀ ਕਈਆਂ ਜਦੋਂ ਕੋਈ ਗੈਸਟ ਆਉਂਦਾ ਅਸੀਂ ਦੱਸਦੇ ਹਾਂ ਉਹਨੂੰ ਵੀ ਆਹ ਕੰਧ ਵੇਖੀ, ਇਹਨੂੰ ਅਸੀਂ ਚਿੱਟਾ ਰੰਗ ਕਰਾਇਆ, ਇਹਨੂੰ ਅਸੀਂ ਪੀਲਾ ਕਰਾਇਆ, ਇਹਨੂੰ ਅਸੀਂ ਸੀਲਿੰਗ ਕਰਾਤੀ। ਅਸੀਂ ਦੱਸਦੇ ਹਾਂ ਨਾ ਕਿੰਨੀ ਕੀਮਤੀ ਕੰਧ ਹੋਵੇਗੀ ਜੀ। ਇਹਨੂੰ ਸਾਰੇ ਨੂੰ ਅਸੀਂ ਉਹ ਜਿਹੜਾ ਵਾਲਪੇਪਰ ਲਵਾਤਾ। ਜਿਹਦੀ ਜਿੰਨੀ ਕੀਮਤੀ ਕੰਧ ਹੋਵੇ ਨਾ, ਤੇ ਉਹ ਛਾਤੀ ਚੌੜੀ ਕਰਕੇ ਦੁਨੀਆ ਨੂੰ ਦੱਸਦਾ। ਔਰ ਇਸੇ ਤਰ੍ਹਾਂ ਛਾਤੀ ਚੌੜੀ ਚਾਈਨਾ ਵੀ ਕਰਦਾ। ਦੁਨੀਆ ਦੇ ਵਿੱਚ ਜੀ ਸਭ ਤੋਂ ਵੱਡੀ ਕੰਧ ਚਾਈਨਾ ਕੋਲ ਹੈ। ਉਹ ਇੱਦਾਂ ਕੰਧ ਦੇ ਉੱਤੇ ਕਹਿੰਦੇ 40 ਗੱਡੀਆਂ ਆਨ ਸਪੱਟ ਖੜੀਆਂ ਹੋ ਜਾਂਦੀਆਂ ਨੇ, ਤੇ ਆਕਾਸ਼ ਚੋਂ ਵੇਖੋ ਤੇ ਉਹ ਕੰਧ ਦਿਸਦੀ ਹੈ ਜੀ। ਉਹਨੂੰ ਕਹਿੰਦੇ ਨੇ ਗ੍ਰੇਟ ਵਾਲ ਆਫ ਚਾਈਨਾ। ਦੁਨੀਆ ਦੀ ਸਭ ਤੋਂ ਵੱਡੀ ਕੰਧ ਚਾਈਨਾ ਦੇ ਕੋਲ ਹੈ, ਛਾਤੀ ਚੌੜੀ ਕਰਦਾ। ਪਰ ਸੱਚ ਜਾਣਿਓ, ਸਾਡੇ ਬਾਪੂ ਨੇ ਸਾਡੇ ਹੀ ਜਿਹੜੀਆਂ ਕੰਧਾਂ ਦਿੱਤੀਆਂ ਨੇ ਨਾ ਸਾਧ ਸੰਗਤ, ਦੁਨੀਆ ਦੇ ਵਿੱਚ ਉਹਦੇ ਮੁਕਾਬਲੇ ਕੋਈ ਕੰਧਾਂ ਨਹੀਂ ਨੇ ਜੀ। ਚਾਈਨਾ ਦੇ ਕੋਲ ਵੱਡੀ ਕੰਧ ਹੋ ਸਕਦੀ ਹੈ, ਪਰ ਅੱਜ ਤੱਕ ਚਾਈਨਾ ਦੀ ਕੰਧ ਦੇ ਕੋਲ ਜਾ ਕੇ ਕਿਸੇ ਦਾ ਸਿਰ ਨਹੀਂ ਜੇ ਕਦੇ ਝੁਕਿਆ। ਅੱਜ ਤੱਕ ਚਾਈਨਾ ਦੀ ਕੰਧ ਕੋਲ ਜਾ ਕੇ ਕਿਸੇ ਦੀਆਂ ਅੱਖਾਂ 'ਚੋਂ ਅੱਥਰੂ ਨਹੀਂ ਆਏ। ਦੁਨੀਆ 'ਚ ਮਾਣ ਕਰਿਆ ਕਰੋ ਜੀ, ਸਾਡੇ ਬਾਪੂ ਨੇ ਸਾਨੂੰ ਵਿਰਸੇ ਦੇ ਵਿੱਚ ਉਹ ਕੰਧਾਂ ਦਿੱਤੀਆਂ ਨੇ ਜਿਨ੍ਹਾਂ ਕੰਧਾਂ ਦੇ ਕੋਲ ਜਾ ਕੇ ਨਾ ਕਠੋਰ ਤੋਂ ਕਠੋਰ ਹਿਰਦੇ ਵਾਲੇ ਲੋਕਾਂ ਦੀ ਅੱਖਾਂ 'ਚੋਂ ਅੱਥਰੂ ਆ ਜਾਂਦੇ ਨੇ ਜੀ। ਸਾਨੂੰ ਮਾਲਕ ਬਣਾਇਆ ਜੀ। ਔਰ ਸੱਚ ਜਾਣਿਓ, ਜਿੱਦਣ ਉਹ ਕੰਧਾਂ ਚਿਣੀਆਂ ਜਾ ਰਹੀਆਂ ਸੀ ਨਾ, ਉਦੋਂ ਇੱਕ ਗੱਲ ਕਹੀ ਗਈ ਸੀ ਸਾਹਿਬਜ਼ਾਦਿਆਂ ਨੂੰ। ਸਵਾਲ ਪੁੱਛਿਆ ਗਿਆ ਸੀ ਵੀ ਦੁਨੀਆ 'ਚ ਜੋ ਵੀ ਆਦਮੀ ਕੋਈ ਕੰਮ ਕਰਦਾ ਨਾ, ਉਹਦੇ ਪਿੱਛੇ ਉਹਦੀ ਇੱਕ ਭਾਵਨਾ ਖੜੀ ਹੁੰਦੀ, ਇੱਕ ਮਨਸ਼ਾ ਹੁੰਦੀ ਹੈ ਵੀ ਮੇਰਾ ਦੁਨੀਆ 'ਚ ਨਾਮ ਹੋਵੇ। ਜਿੰਨੇ ਆ ਬੂਟਾ ਦਿੱਤਾ ਹੋਣਾ ਨਾ, ਗੁਰੂ ਦੀ ਕਿਰਪਾ ਹੋਵੇ ਨੇ, ਤੇ ਉਹਦੀ ਵੀ ਮਨਸ਼ਾ ਹੋਣੀ ਵੀ ਮੇਰੀ ਅਰਦਾਸ ਕਰਿਓ, ਮੈਂ ਬੂਟਾ ਲੈ ਕੇ ਆਇਆ। ਮੈਂ ਝੂਮਰ ਲਾਇਆ ਗਿਆਨੀ ਜੀ, ਮੇਰੀ ਅਰਦਾਸ ਪੱਕੀ ਕਰਿਓ, ਮੈਂ ਬਾਹਰਲੇ ਪਾਸੇ ਟਾਇਲ ਲਵਾਈ, ਮੇਰਾ ਬੋਰਡ ਲਾ ਦਿਓ। ਇਹ ਮਨਸ਼ਾ ਸਾਡੀ। ਇਸੇ ਕਰਕੇ ਤੇ ਸਾਡੇ ਅਰਦਾਸ ਦੇ ਬੋਰਡ ਘੱਟ ਤੇ ਲਿਸਟ ਜ਼ਿਆਦਾ ਹੁੰਦੀ ਹੈ 10-10 ਰੁਪਏ ਪੜਨ ਵਾਲਿਆਂ ਦੀ। ਸਾਹਿਬਜ਼ਾਦਿਆਂ ਨੂੰ ਸਵਾਲ ਕੀਤਾ ਗਿਆ ਵੀ ਦੁਨੀਆ 'ਚ ਜਿਹੜਾ ਕੰਮ ਵੀ ਬੰਦਾ ਕਰਦਾ, ਉਹਦੇ ਪਿੱਛੇ ਇੱਕ ਭਾਵਨਾ ਹੁੰਦੀ ਹੈ ਵੀ ਉਹਦਾ ਦੁਨੀਆ 'ਚ ਨਾਮ ਹੋਵੇ। ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ, ਇਹਦੇ ਪਿੱਛੇ ਕਿਹੜੀ ਭਾਵਨਾ ਖੜੀ ਹੈ ਜੀ ਤੁਹਾਡੀ? ਤੁਸੀਂ ਕੰਧਾਂ ਦੇ ਵਿੱਚ ਆਪਣਾ ਆਪ ਖੜਾ ਕਰਨ ਲੱਗੇ ਹੋ। 2, 2.5, 3 ਘੰਟੇ 'ਚ ਅਸੀਂ ਫੜ ਕੇ ਤੁਹਾਨੂੰ ਕੰਧਾਂ ਦੇ ਵਿੱਚ ਚਿਣ ਦਿਆਂਗੇ। ਇੱਥੇ ਤੁਹਾਡੀ ਮਾਂ ਨਹੀਂ, ਤੁਹਾਡਾ ਪਿਤਾ ਨਹੀਂ, ਤੁਹਾਡਾ ਕੋਈ ਸਿੱਖ ਭਰਾ ਨਹੀਂ, ਤੁਹਾਡੀ ਤੇ ਗੱਲ ਵੀ ਵਾਰ ਨਹੀਂ ਜਾਣੀ। ਤੁਹਾਡੀ ਤੇ ਗੱਲ ਵੀ ਵਾਰ ਨਹੀਂ ਜਾਣੀ ਵੀ ਕਿੱਥੇ ਸਾਹਿਬਜ਼ਾਦੇ ਆਏ ਤੇ ਕਿੱਥੇ ਚਲੇ ਗਏ। ਜੇ ਤੁਹਾਡੀ ਗੱਲ ਹੀ ਵਾਰ ਨਹੀਂ ਜਾਣੀ, ਤਾਂ ਤੁਸੀਂ ਕਾਹਦੇ ਲਈ ਆਪਣਾ ਆਪ ਇਹਨਾਂ ਕੰਧਾਂ ਦੇ ਵਿੱਚ ਚਿਣਵਾ ਰਹੇ ਹੋ? ਬਾ ਕਮਾਲ ਸਾਹਿਬਜ਼ਾਦਿਆਂ ਦਾ ਜਵਾਬ ਸੀ ਜੀ। ਉਹ ਕਹਿੰਦੇ ਤੁਸੀਂ ਦੁਨੀਆ 'ਚ ਵੱਡੇ ਵੱਡੇ ਮਹਿਲ ਵੇਖੇ ਨੇ, ਉੱਚੇ ਉੱਚੇ ਮਹਿਲ, 5-5, 6-6, 7-7 ਮੰਜ਼ਲੀ। ਇੱਕ ਗੱਲ ਚੇਤੇ ਰੱਖਿਆ ਜੇ, ਜਿਹੜਾ ਮਹਿਲ ਧਰਤੀ ਤੋਂ ਜਿੰਨਾ ਉੱਚਾ ਹੁੰਦਾ ਨਾ,
ਉਹਦੀਆਂ ਨੀਹਾਂ ਉਨੀਆਂ ਹੀ ਧਰਤੀ ਦੇ ਵਿੱਚ ਡੂੰਘੀਆਂ ਹੁੰਦੀਆਂ ਨੇ। ਜਿਸ ਮਹਿਲ ਦੀਆਂ ਨੀਹਾਂ ਧਰਤੀ ਦੇ ਵਿੱਚ ਨਾ ਹੋਣ, ਉਹ ਬਹੁਤਾ ਚਿਰ ਧਰਤੀ ਦੇ ਉੱਪਰ ਰਹਿ ਨਹੀਂ ਸਕਦਾ। ਇਹ ਦਰਅਸਲ ਅਸੀਂ ਗੁਰੂ ਪਾਤਸ਼ਾਹ ਦੇ ਪੁੱਤਰ ਨਹੀਂ, ਅਸੀਂ ਤੇ ਸਿੱਖੀ ਦੀਆਂ ਨੀਹਾਂ। ਔਰ ਇੱਕ ਗੱਲ ਚੇਤੇ ਰੱਖੀ ਵਜ਼ੀਰ ਖਾਨ, ਜਿੰਨਾ ਸਾਨੂੰ ਧਰਤੀ ਦੇ ਵਿੱਚ ਡੂੰਘਾ ਕਰਕੇ ਗੱਡੇਗਾ ਨਾ, ਉਨਾ ਹੀ ਸਿੱਖੀ ਦਾ ਮਹਿਲ ਉੱਚਾ ਇਹਦੇ ਉੱਤੇ ਬਣੇਗਾ। ਅਸੀਂ ਤੇ ਨੀਹਾਂ ਭਾਈ, ਅਸੀਂ ਤੇ ਆਪਣਾ ਆਪ ਇਹਦੇ ਵਿੱਚ ਡੁਬਾਉਣ ਵਾਸਤੇ ਆਏ ਹਾਂ। हम जान अपनी देकर जान औरों की बचा चले, नींव सिक्खी की हम पर थी उस पर महल बना चल। असी तो सिक्खी दियां नीहां, पर ये उत्ते जिहड़ा महल बनेगा ना, वो महल सिक्खी दा बाकमाल महल सिक्खी दा होवेगा। उस महल दियां खुशबूआं दुनिया के कोने कोने दे विच जाया करनगी। और एक गल चेते रखी वज़ीर खान, नीहां कदे नज़र नहीं आउंदियां। तुहाडा 2 मंजिली बनिया ना, मैनूं पता भी जिन्नी तुहाडी जोर उत्ते लग्या होया ना, इतों ज़्यादा इहदियां नीहां च लगा होना। पर साडे किसी चों नीहां लभदियां ने जी, कित्थे ने उह धरती दे थल्ले। पर जे अज इस महल का असीं आनंद मान रहे हैं ना, वो उन्हां नीहां दे सिरां ते जे। ये जिहड़े सिੱਖੀ दे घरां दे विच बैठ के अज असीं साबत सूरत दस्तार सिरां दे आनंद मान रहे हैं ना साध संगत, एक गल चेते रखिए, साडे सिरां दी दस्तारां दे पिछे नीहां दे विच गुरु कलगीधर पातशाह दा परिवार है जी। बड़ी कमाल दी गुरु पातशाह ने साध संगत कुर्बानियां निभाईयां। एक बड़ी कमाल की एग्जाम्पल भाई साहब जाते शब्द पढ़ गए सी कि साहिबजादियां दियां गुरु पातशाह लाशां छड्ड के आ गए ने, और बड़ा पढ़िया सी इस चीज़ नूं भी। वैसे आओ जरा सत्संगत माड़ा जिहा गुरु पातशाह ने सवाल पूछ लीए भी, सतगुरु सच्चे पातशाह तुसीं दुनिया की सब तो कीमती दुੱਧ का सानू मालक बनाया, तुसीं दुनिया की सब तो कीमती नीहां का सानू मालक बनाया। और एक चीज़ होर जे सत्संगत, दुनिया की सब तो कीमती धरती के मालक भी असीं जे। ये भी गुरु कलगीधर पातशाह ने सानू रिकॉर्ड। और मेरी बेनती जे, दुनिया दे विच हर एक आदमी घर बनाउंदा है जी। अज भी किते फतेहगढ़ साहब की धरती ते जाओ ना, उत्थों 150 मीटर विख दे उत्ते ने एक टट्ठा होया मकान है जी, उहदियां इट्टां डिग्गियां होईयां ने, उहदा नाम जहाज हवेली है। और वो अज भी आवाज़ां मार मार के तुहानूं कोई सुनेहा दे रही जी कि 250-300 रुपये के पखे गुरु दरबार च दे के उहदे उत्ते नां लिखाउण वालिओ, मैं ते तुहाडे गुरु के बच्चों का संस्कार करने वास्ते अपना घर ही वेच दिता सी। उन्हें घर वेचता सी, और घर ही नहीं वेचिया सत्संगत। ये होमे का कंडा है जी, साडा हंकार का कंडा है। बाणी च पढ़दे ना जी, साकत हर सात न जाने तिन अंतर होमै कंडा है। हंकार का कंडे तो बचिओ जी, बड़ा दर्द है इस कंडे का। ज्यों ज्यों चलै चुभै, ये चुभदा जी हंकार का कंडा। ये तो छोटी छोटी गल चो मैं कीता, मैं बनाया गुरुद्वारा, मैं लाइया टैलां। इत्थे बेनती जे मैं जीवन दे विच ना लैके आयो जी। इत्थे गुरु पातशाह दे परिवार वास्ते पता की कीता है जी, एक ने घर वेचिया, टोडर मल ने घर वेचिया, एक ने घर साड़िया। घर कौन साड़दा जी? साडे च कोई चाहता जी मेरे घर नूं अग लगे? इत्थे वो भी गुरु का सिख सी जी, भाई लखी शाह बनजारा। गुरु पातशाह का धड़ घर रख के जिदन अग लाउण लगा ना, तो परिवार सारा वो भी कोल बैठ गया सी। बापू कित्थे दिल्ली की गलियां दे विच दर होवांगे असीं, कित्थे ठोकरां खावांगे दिल्ली च, क्यों घर सड़न लगा? उहदा जवाब सी जी, कहंदा मेरे गुरु का धड़ गलियां दे विच रुले, ते मेरा इस घर दे विच रहना जेड़ा मैनूं नहीं जे सौखदा। अपने घर नूं अग लाती सी उन्हें अपने घर नूं अग लाई। टोडर मल ने सत्संग अपना घर वेचता। हंकार का कंडा ना चुभण दिओ जी पंथ वास्ते। ये तो मैं भी कहना भी पंथ सारा ही मेरे मोढियां ते। जिहनूं पुछो कहंदा पंथ मैं ही मोढियां ते चुकिया होया, पता नहीं। खालसा जी गुरु कलगीधर पातशाह दे पुत्रां दा खून जिस पंथ दी नीहां दे विच होवे ना, वो किसी दे मोढियां ते नहीं जी हुंदा। मेरी बेनती जी, हंकार का कंडा ना वजण दिओ जी, होमे दा कंडा माड़ा जी। इत्थे वो घर वेचदा है, और उही नहीं साध संगत, इत्थे गुरु पातशाह के परिवार नूं सामण वास्ते किसी ने घर साड़िया, किसी ने घर वेचिया, किसी ने अपना आप साड़ता जी। चमकौर साहब का इतिहास वेखियो, वड्डे साहिबजादियां दा संस्कार करने वास्ते ना 18 साल की भैन हरशरण कौर ने अपना आप साड़िया सी। इक्को ही चिखा च 3 संस्कार होए सी। बाबा जीत सिंह, बाबा जुझार सिंह ते भैन शरण कौर। अज भी चमकौर साहब जाओ जी, इक्को ही चिखा च 3 संस्कार। होमे का कंडा ना लगन दिओ जी, कित्थे रहन दिओ जी, ठीक है। होमे का कंडा ना लगन दिओ जी, मेरी बेनती जी। ये हंकार का बहुत बड़ा कंडा, और अपना घर वेच के दुनिया के सब तो कीमती घर का मालक सानू बना के गया जी। अज दुनिया च कोई इहो जी जगह नहीं जिहदी इन्नी 4x4 की जगह है जी, और दुनिया की सब तो कीमती धरती के मालक भी असीं।
ਆਪਣੇ ਬਾਪ ਦੀ ਪ੍ਰਾਪਰਟੀ ਨੂੰ ਪਛਾਣੀ। ਔਰ ਉਹ ਮੇਰਾ ਬਾਪੂ ਭਾਈ ਸਾਹਿਬ ਜਾਂਦੇ ਆ ਪੜ੍ਹ ਕੇ ਗਏ ਨੇ, ਕਹਿੰਦਾ ਉੱਥੇ ਨਾ ਲਾਸ਼ਾਂ 'ਚ ਕਫਨ ਨਹੀਂ ਪਾ ਕੇ ਗਿਆ। ਆਓ ਗੁਰੂ ਪਾਤਸ਼ਾਹ ਨੂੰ ਹੀ ਪੁੱਛੀਏ ਵੀ ਸਤਿਗੁਰੂ ਜੀ ਤੁਸੀਂ ਕਿਉਂ ਨਹੀਂ ਲਾਸ਼ਾਂ 'ਤੇ ਕਫਨ ਪਾਇਆ, ਵੀ ਆਪਣੇ ਪੁੱਤਰਾਂ ਦੀ ਲਾਸ਼ਾਂ 'ਤੇ ਕਫਨ ਪਾ ਜਾਂਦੇ। ਤੇ ਸਤਿਗੁਰੂ ਨੇ ਜਵਾਬ ਪਤਾ ਕੀ ਦਿੱਤਾ, ਕਹਿੰਦੇ ਕਫਨ ਇਸ ਕਰਕੇ ਨਹੀਂ ਪਾਇਆ, ਕਫਨ ਤੇ ਦੂਰ ਰਿਹਾ, ਜੇ ਕਿਤੇ ਪੁੱਤਰ ਦੀ ਲਾਸ਼ ਤੇ ਹੱਥ ਵੀ ਮਾਰ ਜਾਂਦਾ ਨਾ ਤੇ ਬਾਕੀਆਂ ਸੋਚਣਾ ਸੀ ਵੀ ਗੁਰੂ ਪਾਤਸ਼ਾਹ ਨਾ ਪਾਰਸ਼ੈਲਿਟੀ ਕਰ ਗਏ, ਪੁੱਤਰਾਂ ਤੇ ਸਿੰਘਾਂ 'ਚ ਫਰਕ ਸਮਝ ਕੇ ਦੋ ਹਿੱਸਿਆਂ 'ਚ। ਤੇ ਮੇਰੀ ਇਸ ਗੱਲ ਕਰਕੇ ਕੱਲ੍ਹ ਨੂੰ ਮੇਰਾ ਪੰਥ ਹਿੱਸਿਆਂ 'ਚ ਵੰਡਿਆ ਜਾਏ, ਮੈਨੂੰ ਪ੍ਰਵਾਨ ਨਹੀਂ ਹੈ ਜੀ, ਮੈਂ ਪੁੱਤਰਾਂ ਦੀਆਂ ਲਾਸ਼ਾਂ ਛੱਡ ਦਿਆਂਗਾ ਪਰ ਪੰਥ ਨੂੰ ਨਹੀਂ ਹਿੱਸਿਆਂ 'ਚ ਵੰਡਣ ਲੱਗਾ। ਲਿਖਤਾਂ ਨੇ ਜੀ ਸਫਰੀ ਸਾਹਿਬ ਦੀਆਂ, ਖਾਲਸੇ ਨੂੰ ਛੱਡ ਪਿਆਰ ਪੁੱਤਰਾਂ ਨਾਲ ਪਾ ਦਿਆਂ, ਦਸ ਵੀ ਦਿਆ ਸਿਆਂ ਸਿੱਖੀ 'ਚ ਬਖਰੇਵਾਂ ਕਿਵੇਂ ਪਾ ਦਿਆਂ। ਮੈਂ ਤੇ ਸਿੱਖੀ ਨੂੰ ਦੋ ਹਿੱਸਿਆਂ 'ਚ ਵੰਡ ਜਾਵਾਂਗਾ, ਕੱਲ੍ਹ ਨੂੰ ਸਿੱਖ ਵੀ ਹਿੱਸਿਆਂ 'ਚ ਵੰਡਿਆ ਜਾਏਗਾ ਵੀ ਗੁਰੂ ਪਾਤਸ਼ਾਹ ਨੇ ਵੀ ਤਾਂ ਹਿੱਸੇ ਕੀਤੇ ਸੀ ਨਾ। ਮੈਂ ਨਹੀਂ ਕਰ ਸਕਦਾ। ਸਾਧ ਸੰਗਤ ਅੱਜ ਕਿਤੇ ਮੇਰੀ ਬੇਨਤੀ ਹੈ, ਅੱਜ ਕਿਤੇ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਚਲੇ ਜਾਣ, ਤੁਹਾਨੂੰ ਨਹੀਂ ਲੱਗਦਾ ਵੀ ਉਹ ਗੁਰੂ ਪਾਤਸ਼ਾਹ ਨੂੰ ਇੱਕ ਗਿਲਾ ਕਰਨਗੇ ਵੀ ਬਾਪੂ ਜਿਨ੍ਹਾਂ ਸਿੱਖਾਂ ਦੇ ਉੱਤੇ ਬਾਹਾਂ ਖੜੀਆਂ ਕਰਕੇ ਗੱਲ ਕਹਿ ਗਿਆ ਸੀ, ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ, ਜਿਨ੍ਹਾਂ ਨੂੰ ਇੱਕ ਕਰਨ ਦੇ ਵਾਸਤੇ ਸਾਡੀਆਂ ਲਾਸ਼ਾਂ ਤੇ ਚਮਕੌਰ ਦੇ ਮੈਦਾਨ 'ਚ ਸੁੰਡੀਆਂ ਛੱਡ ਗਿਆ, ਸਾਡੇ ਸਿਰ 'ਚ ਤੂੰ ਹੱਥ ਵੀ ਨਹੀਂ ਮਾਰਿਆ ਜਾਂਦੀ ਜਾਂਦੀ, ਮੇਰਾ ਪੰਥ ਇੱਕ ਰਵੇ। ਬਾਪੂ ਅੱਜ ਤੇਰਾ ਪੰਥ ਇੱਕ ਹੈ, ਆ ਕੇ ਤੇ ਵੇਖਦੇ ਸੀ ਤੇਰੇ ਪੰਥ ਦੇ ਟੁਕੜੇ ਕਿੰਨੇ ਨੇ। ਸਾਧ ਸੰਗਤ ਇਮਾਨਦਾਰੀ ਨਾਲ ਸਾਧ ਸੰਗਤ ਗੁਰੂ ਦਰਬਾਰ 'ਚ ਬੈਠੇ ਆ ਜੀ, ਘੱਟੋ ਘੱਟ ਇੱਥੇ ਹੀ ਆਪਣਾ ਆਪ ਬਾਬੇ ਫਰੀਦ ਸਾਹਿਬ ਦਾ ਉਹ ਸ਼ਬਦ ਆਪਣੇ ਤੇ ਕਮਾਈਏ, ਆਪ ਨੜਾ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਕਿਹੜੀ ਪ੍ਰਾਪਤੀ ਅਸੀਂ ਕਰ ਲਈ ਜੀ, 550 ਸਾਲ ਬੜਾ ਧਮਾਕਾ ਸੀ ਮਾਰਿਆ ਸਾਧ ਸੰਗਤ। ਤੁਹਾਨੂੰ ਲੱਗਦਾ ਜੀ ਪੰਥ ਇੱਕ ਕਰ ਲਿਆ ਸੀ? ਮੈਨੂੰ ਲੱਗਦਾ ਜੀ ਅੱਜ ਤੱਕ ਅਸੀਂ ਬਾਕੀ ਤੇ ਛੱਡੋ ਜੀ, ਆ 4 ਕਮਿਊਨਿਟੀਆਂ ਦੇ ਵਿੱਚ ਪੰਥ ਬਣਤਾ ਜੀ, ਪੁੰਛੀਏ ਮੁਜ਼ੱਫਰਾਬਾਦੀਏ ਲਵਾਣੇ ਜੱਟ। ਅਸੀਂ ਤੇ ਅੱਜ ਤੱਕ ਧੀਆਂ ਪੁੱਤਰਾਂ ਦੇ ਰਿਸ਼ਤੇ ਇਕੱਠੇ ਇੱਕ ਦੂਜੇ 'ਚ ਨਹੀਂ ਕਰ ਸਕੇ। ਬਾਪੂ ਸਾਡਾ ਕਿੱਥੇ ਇੱਕ ਕਰਨਾ ਚਾਹੁੰਦਾ ਸੀ ਜੀ, ਕੈਸੀ ਪਾੜ ਦਾੜ ਕੌਮ 'ਚ ਪਾਈ ਹੋਈ ਵੀ 550 ਸਾਲ 'ਚ ਅਸੀਂ ਇੰਨਾ ਇਕੱਠਾ ਨਹੀਂ ਕਰ ਸਕੇ ਜੀ। ਕੁਰਬਾਨ ਜਾਈਏ ਗੁਰੂ ਕਲਗੀਧਰ ਪਾਤਸ਼ਾਹ ਤੇਰੇ ਉਹਨਾਂ ਸਿੱਖਾਂ 'ਤੇ ਜੀ, ਜਿਹੜਾ ਤੇਰੇ ਇੱਕ ਇਸ਼ਾਰੇ ਤੋਂ ਕਾਬਲ ਤੋਂ ਆਉਂਦਾ ਹੈ। ਔਰ ਉਹਦੀ ਬੱਚੀ ਦੇ ਜਦੋਂ ਆਨੰਦ ਕਾਰਜ ਦੀ ਗੱਲ ਆਉਂਦੀ ਹੈ ਤੇ ਕਿਰਤਪੁਰ ਸਾਹਿਬ 'ਚੋਂ ਇੱਕ ਸਿੱਖ ਉੱਠ ਕੇ ਬੱਚੀ ਦਿੰਦਾ ਜੀ। ਇਹ ਸਾਡੇ ਬਜ਼ੁਰਗਾਂ ਵੱਲੋਂ ਕਮਾਇਆ ਜੀ। ਸਾਧ ਸੰਗਤ ਕਿਹੜੇ ਪਾਸੋਂ ਪੰਥ ਕੀਤਾ ਜੀ? ਰੋਕਦੇ ਨੇ ਜੀ ਸੱਚਮੁੱਚ ਸਾਧ ਸੰਗਤ ਸਾਡੀ ਬਦਕਿਸਮਤੀ ਇਹ ਜੇ। ਬਸ ਤੁਸੀਂ ਮੈਨੂੰ ਦੱਸੋ, ਇੱਕ ਸੁਨਿਆਰਾ ਇੱਕ ਆਦਮੀ ਸਾਡੇ ਪਿੰਡ 'ਚ ਸਬਜ਼ੀ ਵੇਚਦਾ ਹੋਵੇ ਸਾਰੀ ਜ਼ਿੰਦਗੀ, ਉਹਨੇ ਸਾਰੀ ਜ਼ਿੰਦਗੀ ਸਬਜ਼ੀ ਵੇਚੀ ਹੋਵੇ, ਜਿੱਦਣ ਉਹਦਾ ਕੰਮ ਬੰਦ ਹੋਣ ਲੱਗਾ ਉਹਨੇ ਉੱਥੇ ਸੁਨਿਆਰੀ ਦੀ ਦੁਕਾਨ ਖੋਲ੍ਹ ਕੇ ਆਪ ਹੀ ਲੱਗ ਪਏ ਮੁੰਦਰੀਆਂ ਬਣਾਉਣ ਵਾਸਤੇ। ਉਹਦੇ ਕੋਲ ਕੌਣ ਜਾਏਗਾ ਵੀ ਇਹਨੂੰ ਕੀ ਪਤਾ ਸੋਨੇ ਦੇ ਬਾਰੇ, ਇਹ ਤਾਂ ਸਾਰੀ ਜ਼ਿੰਦਗੀ ਸਬਜ਼ੀ ਵੇਚਦਾ ਰਿਹਾ। ਸਾਡੀ ਬਦਕਿਸਮਤੀ ਇਹ ਹੈ ਜੀ, ਜਿਹਨਾਂ ਸਾਰੀ ਜ਼ਿੰਦਗੀ ਸਬਜ਼ੀ ਵੇਚੀ ਹੁੰਦੀ ਹੈ ਨਾ, ਉਹ ਲੋਕੀ ਸਾਡੇ ਪ੍ਰਬੰਧ ਆਗੂ ਬਣ ਜਾਂਦੇ ਨੇ। ਉਹ ਲੋਕੀ ਆਗੂ ਜਿੱਦਣ ਸਾਧ ਸੰਗਤ ਕੁਦਰਤੀ ਗੱਲ ਹੈ ਜੀ, ਇਹੀ ਕਾਰਨ ਹੈ ਨਾ ਜਿੰਨਾ ਅਸੀਂ ਕੌਣ ਲੋਕੀ ਆਮ ਸੰਗਤ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਜੀ। ਉਹਨੂੰ ਤੁਸੀਂ 5 ਸੱਦੋ 6 ਸੱਦੋ 10 ਸੱਦੋ, ਇਹ ਬਦਕਿਸਮਤੀ ਸਾਡੀਆਂ ਲੜਾਈਆਂ ਨੇ ਜੀ। ਅਸੀਂ ਜਿੰਨੇ ਡਰੱਗ ਮਾਫੀਆ ਹੁੰਦੇ ਹਾਂ, ਜਿੰਨੇ ਲੈਂਡ ਮਾਫੀਆ ਹੁੰਦੇ ਹਾਂ, ਅਸੀਂ ਸਾਰੇ ਧਰਮ ਦਾ ਲੇਵਲ ਲਾ ਕੇ ਧਰਮ ਦੇ ਜ਼ਿੰਮੇਵਾਰ ਲੋਕੀ ਬਣ ਜਾਂਦੇ ਹਾਂ। ਇੱਕ ਗੁਰਦੁਆਰੇ ਗ੍ਰੰਥੀ ਰੱਖਣਾ ਹੋਵੇ ਨਾ, ਅਸੀਂ ਉਸ ਗ੍ਰੰਥੀ ਦਾ ਪਹਿਲਾਂ ਇੰਟਰਵਿਊ ਲੈਂਦੇ ਹਾਂ। ਬਸ ਦੱਸ ਬਈ ਤੈਨੂੰ ਨਿਤਨੇਮ ਆਉਂਦਾ, ਤੈਨੂੰ ਕੀਰਤਨ ਕਰਨਾ ਆਉਂਦਾ, ਪਰ ਜਿੱਦਣ ਪ੍ਰਬੰਧਕ ਚੁਣਨਾ ਹੋਵੇ ਉਦੋਂ ਕੋਈ ਇੰਟਰਵਿਊ ਨਹੀਂ ਹੈਗਾ। ਦੁਕਾਨਾਂ ਸੁਨਿਆਰੇ ਦੀਆਂ ਵੇਚਦੇ ਸਾਰੀ ਜ਼ਿੰਦਗੀ, ਮੁੰਡੀਆਂ ਘੜ ਮੀਰੇ ਨੇ। ਤੁਸੀਂ ਇੱਥੋਂ ਫੈਸਲਾ ਕਰ ਲਓ ਜੀ। ਸਾਧ ਸੰਗਤ ਫਰੀਦ ਸਾਹਿਬ ਦਾ ਸ਼ਬਦ ਹੈ, ਫਰੀਦਾ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ। ਜ਼ਮੀਨ ਦੇ ਵਿੱਚ ਬੀਜ ਕਿੱਕਰਾਂ ਦੇ ਖਿਲਾਰੀ ਜਾਓ ਤੇ ਕੋਈ ਪੁੱਛੇ ਵੀ ਕੀ ਜੰਮੇਗਾ, ਤੁਸੀਂ ਕਹੋ ਜੀ ਬਿਜੋਰ ਸ਼ਹਿਰ ਦੀਆਂ ਦਾਖਾਂ ਜੰਮਣਗੀਆਂ। ਕਿੱਦਾਂ ਹੋਣਗੀਆਂ ਜੀ? ਜਿੱਥੇ ਤੁਹਾਡੇ ਔਰ ਮੈਂ ਇਨ ਰਾਈਟਿੰਗ 'ਚ ਤੁਹਾਨੂੰ ਲਿਖ ਕੇ ਦੇ ਸਕਦਾ ਜੀ, ਅੱਜ 70% ਮੈਂ ਲਿਖ ਕੇ ਦੇ ਸਕਦਾ। ਤੁਸੀਂ ਆਪਣੇ ਤਮਾਮ ਪਿੰਡ ਤੋਂ ਲੈ ਕੇ ਡਿਸਟ੍ਰਿਕਟ ਲੈਵਲ, ਦੇਖੋ ਮੈਂ ਉਹ ਨਹੀਂ ਕਹਿੰਦਾ, ਜਿਹੜਾ ਕੰਮ ਹੈ ਬਾਣੀ ਦਾ ਸ਼ਬਦ ਆਪਣੇ ਕਾਜ ਕੋ ਕਿਉਂ ਲਕਾਈਏ, ਆਪਣੇ ਕੰਮ ਤੋਂ ਕੋਈ ਸ਼ਰਮ ਕਰਦੇ। 70% ਤੁਸੀਂ ਜੀ ਸੈਕਟਰੀ ਪ੍ਰਧਾਨ ਖੜਪੰਚ ਜਿਹੜੇ ਉਹਨਾਂ ਨੂੰ ਕੱਢ ਕੇ ਹੁਕਮਨਾਮਾ ਲਓ, ਹੁਕਮਨਾਮਾ ਲੈਣਾ ਨਹੀਂ ਆਉਂਦਾ। ਜਿਹੜੇ ਲੋਕੀ ਇਹ ਫੈਸਲਾ ਕਰਦੇ ਨੇ ਨਾ ਸਾਡੇ ਭਵਿੱਖ ਦਾ, 70% ਮੈਂ ਲਿਖ ਕੇ ਦੇ ਸਕਦਾ ਉਹਨੂੰ, ਕੋਈ ਹੁਕਮਨਾਮਾ, ਉਹਨਾਂ ਨੂੰ ਹੁਕਮਨਾਮਾ ਲੈਣਾ ਨਹੀਂ ਆਉਂਦਾ। ਜੇ ਸਾਧ ਸੰਗਤ ਜਿਹੜਾ ਸਾਡਾ ਕੰਮ ਹੈ, ਸਾਨੂੰ ਸਾਡਾ ਹੀ ਕੰਮ ਨਹੀਂ ਆਉਂਦਾ ਤੇ ਅਸੀਂ ਕਿੱਦਾਂ, ਤੁਹਾਨੂੰ ਲੱਗਦਾ ਜੀ ਕੱਲ੍ਹ ਨੂੰ ਤੁਹਾਡੇ ਬੱਚੇ ਚੰਗੀ ਦਿਸ਼ਾ ਦੇ ਵਾਲੇ ਪਾਸੇ ਚਲੇ ਜਾਣਗੇ? ਇਸ ਕਰਕੇ ਮੇਰੀ ਬੇਨਤੀ ਜੇ ਸਾਧ ਸੰਗਤ, ਆਉਣ ਵਾਲੇ ਸਮੇਂ ਦੇ ਵਿੱਚ ਚਲੋ ਪਿੰਡਾਂ 'ਚ ਤੇ ਵਧੀਆ ਸਾਰੇ ਰਲ ਮਿਲ ਕੇ ਅਸੀਂ ਕੰਮ ਚਲਾ ਲੈਂਦੇ ਹਾਂ, ਆ ਜਿਹੜੇ ਵੱਡੇ ਪੱਧਰ ਦੇ ਉੱਤੇ ਚੁਣਨੇ ਹੁੰਦੇ ਨੇ ਨਾ, ਜ਼ਰੂਰ ਬਾਣੀ ਦੀ ਸ਼ਬਦ ਹੈ ਜੀ, ਕਹਿੰਦੇ ਕੱਚੇ ਸੁਣਦੇ ਕੱਚੇ। ਜੇ ਕਹਿਣ ਵਾਲੇ ਦੋਸ਼ੀ ਨੇ ਨਾ ਤੇ ਸੁਣਨ ਵਾਲੇ ਵੀ ਦੋਸ਼ੀ ਨੇ।
ਆਪਣੀ ਇਮਾਨਦਾਰੀ ਨਾਲ ਜੀ, ਮੈਂ ਨਹੀਂ ਕਹਿੰਦਾ ਕਿਸੇ ਦਾ ਪੱਖਵਾਦ ਦਾ ਵੱਖਵਾਦ ਕਰੋ, ਪਰ ਆਉਣ ਵਾਲੇ ਸਮੇਂ 'ਚ ਜਦੋਂ ਵੀ ਇਲੈਕਸ਼ਨ ਹੋਵੇ ਨਾ, ਇੱਕ ਵਾਰ ਜ਼ਰੂਰ ਗੁਰੂ ਦੇ ਦਰ 'ਤੇ ਖੜੇ ਹੋ ਕੇ ਆਪਣੇ ਅੰਦਰ ਵੇਖਿਓ ਵੀ ਜਿਸ ਬੰਦੇ ਨੂੰ ਮੈਂ ਚੁਣਨ ਲੱਗਾ ਵੀ ਸੱਚਮੁੱਚ ਕਿਆ ਇਹ ਜ਼ਿੰਮੇਵਾਰੀ ਨਿਭਾ ਲੇਗਾ। ਕਿਆ ਇਹਨੂੰ ਪੰਥ ਦਾ ਪਤਾ ਹੈ ਜਾਂ ਸਾਰੀ ਜ਼ਿੰਦਗੀ ਆਪਣਾ ਝੰਡਾ ਗੱਡਣ ਵਾਸਤੇ ਲੋਕਾਂ ਨੂੰ ਵੇਖ ਹੀ ਨਹੀਂ ਹੋਣ ਦੇਗਾ ਵੀ ਜੇ ਇਹ ਹੁੱਕ ਹੋ ਗਏ ਤਾਂ ਮੇਰਾ ਹਲਵਾ ਧੋਇਆ ਤੋਰੀ ਫੁਲਕਾ ਬੰਦ ਹੋ ਜਾਣਾ। ਇਹ ਮੇਰੀ ਬੇਨਤੀ ਜੀ ਕਿਸੇ ਦੀ ਨਹੀਂ ਸੁਣਨੀ, ਆਪਣੀ ਜ਼ਰੂਰ ਆਪਣੇ ਅੰਦਰ ਟਟੋਲਿਓ ਜੀ। ਸਾਹਿਬਜ਼ਾਦਿਆਂ ਦੀ ਉਹ ਆਵਾਜ਼ ਜ਼ਰੂਰ ਇੱਕ ਵਾਰ ਆਪਣੇ ਅੰਦਰੋਂ ਲੱਭਿਓ ਜੀ। ਸੁਰਤ ਦੇ ਗੁਲਾਮ ਨਾ ਹੋਇਓ ਵੀ ਜਿਸ ਬੰਦੇ ਦੇ ਉੱਤੇ ਮੈਂ ਅੰਗੂਠਾ ਲਾਉਣ ਲੱਗਾ ਕਿ ਸੱਚਮੁੱਚ ਜ਼ਿੰਮੇਵਾਰ ਹੈਗਾ, ਇਹਦਾ ਧਰਮ ਨਾਲ ਕੋਈ ਲੈਣਾ ਦੇਣਾ ਹੈਗਾ। ਨਹੀਂ ਤੇ ਸਾਧ ਸੰਗਤ ਤੁਹਾਡਾ ਇੱਕ ਅੰਗੂਠਾ, ਜਿੱਦਾਂ ਤੁਹਾਡਾ ਇੱਕ ਅੰਗੂਠਾ ਅੱਜ ਦਿੱਲੀ ਦੇ ਵਿੱਚ ਰੋਲ ਗਿਆ ਨਾ, ਕਸ਼ਮੀਰ ਸਾਡੇ ਪੰਥ ਨੂੰ ਰੋਲ ਰਿਹਾ ਜੀ ਕਿਸਾਨ ਦਿੱਲੀ 'ਚ, ਪਰ ਜਿਹੜੇ ਲੋਕੀ ਧੜ ਵੀ ਬਣੇ ਨੇ, ਅਸੀਂ ਅੰਗੂਠੇ ਲਾ ਕੇ ਉਹਨਾਂ ਨੂੰ ਅੱਗੇ ਲਿਆਉਂਦੇ ਨੇ। ਸਾਡਾ ਇੱਕ ਗਲਤ ਅੰਗੂਠਾ ਸਾਡੇ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਧਾਰਮਿਕ ਸਥਾਨਾਂ 'ਤੇ ਕਿਤੇ ਇਹ ਲੋਕੀ ਕਾਬਜ਼ ਨਾ ਬਣ ਜਾਣ ਜੀ। ਇਸ ਕਰਕੇ ਮੇਰੀ ਬੇਨਤੀ ਜੇ ਸਾਧ ਸੰਗਤ ਜ਼ਰੂਰ ਆਪਣੀ ਸੁਰਤ ਨੂੰ ਜਗਾਈਏ ਜੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਕੁਰਬਾਨੀਆਂ ਸਾਡੇ 'ਤੇ ਕੀਤੀਆਂ ਨੇ। ਪਿਤਾ ਦਿੱਤਾ, ਪੁੱਤਰ ਦਿੱਤੇ, ਮਾਤਾ ਦਿੱਤੀ, ਔਰ ਅਖੀਰ ਉਹ ਨੰਦੇੜ ਦੀ ਧਰਤੀ, ਜਦੋਂ ਨੰਦੇੜ ਦੀ ਧਰਤੀ ਦੇ ਵਿੱਚ 1708 'ਚ ਜਮਸ਼ੀਦ ਖਾਨ ਤੇ ਗੁੱਲ ਖਾਨ ਪਠਾਨ ਵਾਰ ਕਰਦੇ ਨੇ ਨਾ, ਤੇ ਉਦਣ ਵੀ ਪੰਥ ਨੇ ਕਿਹਾ ਜੀ ਸਤਿਗੁਰੂ ਜੀ ਅਸੀਂ ਤੁਹਾਡਾ ਇਲਾਜ ਕਰਾ ਦਿੰਦੇ ਹਾਂ, ਤੇ ਇੱਕੋ ਹੀ ਜਵਾਬ ਸੀ ਨਹੀਂ ਖਾਲਸਾ ਜੀ ਹੁਣ ਨਹੀਂ। ਕਿਤੇ ਕੱਲ ਨੂੰ ਪੰਥ ਇਹ ਨਾ ਕਵੇ ਵੀ ਗੁਰੂ ਗੋਬਿੰਦ ਸਿੰਘ ਪਿਤਾ ਦੇ ਸਕਦਾ, ਪੁੱਤਰ ਦੇ ਸਕਦਾ ਹੈ। ਖਾਲਸਾ ਜੀ ਜੇ ਮੈਂ ਤੁਹਾਡੀ ਝੋਲੀ 'ਚ ਪਿਤਾ ਪਾਇਆ, ਪੁੱਤਰ ਪਾਇਆ, ਅੱਜ ਗੁਰੂ ਗੋਬਿੰਦ ਸਿੰਘ ਤੁਹਾਡੀ ਝੋਲੀ ਦੇ ਵਿੱਚ ਆਪਣੀ ਜਵਾਨੀ ਪਾਉਣ ਲੱਗਾ ਜੀ। ਔਰ ਆਪਣੀ ਜਵਾਨੀ ਸਾਡੀ ਝੋਲੀ 'ਚ ਪਾ ਕੇ ਨਾ ਸਾਨੂੰ ਇੱਕ ਗੱਲ ਕਹੀ ਹੈ ਜੀ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਇਹ ਮੇਰੀ ਜਾਨ ਹੈ ਜੀ, ਦਿਲ। ਅਸੀਂ ਦਿਲ ਹਾਂ ਜੀ, ਦਿਲ ਕਲਗੀਧਰ ਪਾਤਸ਼ਾਹ ਦਾ। ਛੋਟੇ ਬੱਚੇ ਘਰ ਹੁੰਦੇ ਸੀ ਕਹਿੰਦੇ ਸਾਡਾ ਦਿਲ ਹੈ, ਇਹ ਦਿਲ ਧੜਕਦਾ ਰਵੇ ਜੀ ਬਸ ਪੰਥ ਵਾਸਤੇ। ਸਾਨੂੰ ਸਤਿਗੁਰੂ ਨੇ ਆਪਣਾ ਦਿਲ ਕਹਿ ਕੇ ਸਤ ਸੰਗਤ ਨਵਾਜਿਆ ਜੀ। ਸੋ ਉਹ ਗੁਰੂ ਦਾ ਤੁਸੀਂ ਪਾਵਨ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ, ਬੜੀ ਪਿਆਰ ਸਤਿਕਾਰ ਨਾਲ ਬਹਿ ਕੇ ਤੁਸੀਂ ਵਿਚਾਰ ਸੁਣੀ। ਔਰ ਮੇਰੀ ਬੇਨਤੀ ਹੈ ਜੀ ਸਤ ਸੰਗਤ, ਜੇ ਘਰ ਦੇ ਵਿੱਚ ਕੂਕਰ ਰੱਖਿਆ ਹੋਵੇ ਨਾ, ਕੁੱਤੇ ਅਸੀਂ ਵੀ ਰੱਖਦੇ ਹਾਂ ਨਾ, ਕੁੱਤਾ ਇਹ ਤਾਂ ਅੱਜ ਕੱਲ੍ਹ ਤਾਂ ਸ਼ੌਂਕੀ ਬਣ ਗਿਆ ਨਾ, ਅੱਜ ਕੱਲ੍ਹ ਲੋਕ ਉਹਨੂੰ ਸ਼ੌਂਕੀ ਰੱਖਦੇ ਨੇ। ਪਹਿਲਾਂ ਕੁੱਤਾ ਰੱਖਿਆ ਜਾਂਦਾ ਸੀ ਕਾਹਦੇ ਲਈ, ਵੀ ਕੋਈ ਚੋਰ ਡਾਕੂ ਘਰ ਨਾ ਆ ਜੇ। ਅੱਜ ਤੇ ਸਿਆਪਾ ਇਹ ਬਣ ਗਿਆ ਵੀ ਕੋਈ ਚੋਰ ਡਾਕੂ ਸਾਡਾ ਕੁੱਤਾ ਹੀ ਨਾ ਲੈ ਜੇ ਚੁੱਕ ਕੇ। ਅੱਜ ਕੱਲ੍ਹ ਤਾਂ ਸ਼ੌਂਕੀ ਬਣ ਗਿਆ ਨਾ। ਜੇ ਤੁਸੀਂ ਕੁੱਤਾ ਲਿਆਂਦਾ ਬਹੁਤ ਵਧੀਆ ਕਰਕੇ, ਤੇ ਜਿੱਦਣ ਤੁਹਾਡੇ ਘਰ ਦੇ ਵਿੱਚ ਡਾਕਾ ਪੈ ਰਿਹਾ ਹੋਵੇ, ਚੋਰ ਆ ਰਿਹਾ ਹੋਵੇ, ਤੇ ਤੁਹਾਡਾ ਕੁੱਤਾ ਜਾ ਕੇ ਟੰਗਾਂ 'ਚ ਪੂੰਛ ਦੇ ਕੇ ਅੰਦਰ ਬਹਿ ਜੇ, ਇਮਾਨਦਾਰੀ ਨਾਲ ਦੱਸਿਓ ਜੀ, ਚੋਰ ਤੇ ਬੜੀ ਤਾਰੀਫ ਕਰਨਗੇ ਵੀ ਕਿਆ ਕਮਾਲ ਦਾ ਕੁੱਤਾ ਯਾਰ, ਤੇ ਭੌਂਕਦਾ ਹੀ ਨਹੀਂ। ਪਰ ਸੱਚਮੁੱਚ ਉਹ ਕੁੱਤੇ ਨੇ ਆਪਣਾ ਫਰਜ਼ ਨਿਭਾਇਆ ਜੀ। ਇਸੇ ਤਰ੍ਹਾਂ ਗੁਰੂ ਦਰਬਾਰ ਦੇ ਜਿਤਨੇ ਪ੍ਰਚਾਰਕ ਕੀਰਤਨੀ ਨੇ ਨਾ, ਇਹਨੂੰ ਬਾਣੀ ਦੇ ਵਿੱਚ ਲਫ਼ਜ਼ ਕੂਕਰ ਵਰਤਿਆ ਗਿਆ ਹੈ। ਇਹ ਤੇ ਕੂਕਰ ਹਉ ਪੇ ਗਾਨਾ, ਜਾਂ ਕਬੀਰ ਕੂਕਰ ਰਾਮ ਕੋ। ਤੇ ਜੇ ਸਮਾਂ ਆਉਂਦਿਆਂ ਤੁਹਾਡੇ ਵਹਿੰਦਿਆਂ ਵਹਿੰਦਿਆਂ ਤੁਹਾਡਾ ਪੰਥ ਸਾਰਾ ਖੇਰੂ ਖੇਰੂ ਹੋ ਰਿਹਾ ਹੋਵੇ, ਤੇ ਸਾਡੇ ਵਰਗੇ ਸੋਚਦੇ ਰਹਿਣ ਵੀ ਕਮਾਲ ਹੋ ਗਈ ਵੀ ਇੱਥੇ ਤੇ ਜੇ ਬੋਲਿਆ ਇਹਨਾਂ ਨੇ ਕਿੱਥੇ ਦੁਬਾਰਾ ਸੱਦਣਾ ਮੈਨੂੰ। ਬਸ ਸਤ ਸੰਗਤ ਉਸੇ ਢੰਗ ਦੇ ਵਿੱਚ ਨਾ ਸਿਧਾਂਤ ਨਾਲ ਸਮਝੌਤਾ ਕਰ ਜਾਂਗੇ ਜੀ। ਆਓ ਕੋਸ਼ਿਸ਼ ਕਰੀਏ ਸਿਧਾਂਤ ਨਾਲ ਸਮਝੌਤਾ ਨਾ ਕਰੀਏ। ਸ਼ੇਰ ਮੁਹੰਮਦ ਖਾਨ, ਜਿਹੜਾ ਸ਼ੇਰ ਮੁਹੰਮਦ ਖਾਨ ਹੈ, ਬਸ ਉਹ ਕਹਿ ਕੇ ਮੈਂ ਸਮਾਪਤੀ ਵੇਲੇ ਬੰਨਿਆ ਵਾਂ। ਤੁਹਾਨੂੰ ਪਤਾ ਮਲੇਰਕੋਟਲੇ ਦੇ ਵਿੱਚ ਨਾ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਨਾ, ਤੇ ਪਤਾ ਲੱਗ ਜੇ ਕੋਈ ਮੁਸਲਮਾਨ ਖੜਾ ਤੇ ਉੱਥੇ ਸਿੱਖ ਨਹੀਂ ਖੜਾ ਹੁੰਦਾ। ਉਹ ਅੱਜ ਤੱਕ ਰਵਾਇਤ ਹੈ ਜੀ, ਸਿੱਖ ਖੜਾ ਹੀ ਨਹੀਂ ਹੁੰਦਾ। ਹੁਣ ਸਵਾਲ ਖੜਾ ਹੁੰਦਾ ਹੈ ਵੀ ਸਿੱਖ ਕਿਉਂ ਨਹੀਂ ਖੜਾ ਹੁੰਦਾ? ਕਹਿੰਦੇ ਜੀ ਅਸੀਂ ਸ਼ੇਰ ਮੁਹੰਮਦ ਖਾਨਦਾਨ ਦੇ ਕਦਰਦਾਨ ਆ ਜੀ। ਉਹਨੇ ਹਾਂ ਦਾ ਨਾਰਾ ਮਾਰਿਆ ਸੀ, ਉਹਦੇ ਕਦਰਦਾਨ ਆ ਸੀ। ਹੁਣ ਜਿਹੜਾ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ ਨਾ, ਉਹਦਾ ਸਾਨੂੰ ਕੋਈ ਲਾਭ ਨਹੀਂ ਹੈ ਜੀ। ਸਿੱਖ ਪੰਥ ਨੂੰ ਉਹਨੂੰ 1 ਰੁਪਈਏ ਦਾ ਲਾਭ ਵੀ ਨਹੀਂ ਹੋਇਆ। ਕੀ ਕਾਹਦਾ ਲਾਭ ਹੈ ਜੀ? ਜੇ ਤੇ ਉਹਦੇ ਹਾਂ ਦੇ ਨਾਰੇ ਨਾਲ ਸਾਹਿਬਜ਼ਾਦਿਆਂ ਦੀ ਜਾਨ ਬਚ ਜਾਂਦੀ, ਤੇ ਅਸੀਂ ਕਹਿਣਾ ਸੀ ਵੀ ਵਾਕਿਆ ਜਿਹਨੇ ਸਾਹਿਬਜ਼ਾਦਿਆਂ ਦੀ ਜਾਨ ਬਚਾਤੀ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੇ ਫੇਰ ਹੋ ਗਈਆਂ। ਫਿਰ ਉਹਨੂੰ ਕਿਉਂ ਅਸੀਂ ਚੇਤੇ ਕਰਦੇ? ਉਹਨੂੰ ਇਸ ਕਰਕੇ ਚੇਤੇ ਕਰਦੇ ਹਾਂ ਕਿ ਬੇਸ਼ੱਕ ਉਹਦੀ ਗੱਲ ਉੱਥੇ ਮੰਨੀ ਗਈ ਜਾਂ ਨਾ ਮੰਨੀ ਗਈ, ਉਹਨੇ ਇੱਕ ਚੀਜ਼ ਸਾਨੂੰ ਵਿਰਸੇ 'ਚ ਦਿੱਤੀ ਹੈ ਵੀ ਜਿੱਥੇ ਤੁਹਾਨੂੰ ਪਤਾ ਤੁਹਾਡੀ ਗੱਲ ਨਹੀਂ ਵੀ ਮੰਨੀ ਜਾਏਗੀ, ਪਰ ਤੁਸੀਂ ਸੱਚ ਹੱਕ ਦੇ ਪਿੱਛੇ ਖੜੇ ਹੋ ਕੇ ਆਹ ਦਾ ਨਾਰਾ ਮਾਰੋਗੇ ਨਾ, ਤੇ ਰਹਿੰਦੀ ਦੁਨੀਆ ਤੱਕ ਤੁਹਾਡੀ ਦੁਨੀਆ ਦੇ ਸੁਨਹਿਰੀ ਅੱਖਰਾਂ 'ਚ ਨਾਮ ਹੋਵੇਗਾ। ਉਹਦੇ ਆਹ ਦੇ ਨਾਰੇ ਦਾ ਫਾਇਦਾ ਨਹੀਂ ਹੋਇਆ, ਪਰ ਉਹਨੇ ਕੀ ਕੀਤਾ? ਸਮੇਂ ਰਹਿੰਦੇ ਆਪਣੀ ਗੱਲ ਕੀ ਵੀ ਇਹ ਗਲਤ ਹੈ। ਮਾਸੂਮ ਬੱਚਿਆਂ ਨੂੰ ਕੰਧਾਂ 'ਚ ਚਿੰਨ੍ਹਣਾ ਗਲਤ ਹੈ। ਉਹਦਾ ਹਾਂ ਦਾ ਨਾਰਾ ਅੱਜ ਤੱਕ ਸਤ ਸੰਗਤ ਪੰਥ ਨਕਮਸਤਕ ਹੈ ਉਹਦੇ ਅੱਗੇ। ਇਸ ਕਰਕੇ ਬਹੁਤਾ ਲੰਬਾ ਸਮਾਂ ਨਹੀਂ ਹੁੰਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿਆਂ। ਜੰਗਲ 'ਚ ਲੱਗੀ ਹੈ ਅੱਗ, ਤੇ ਉਹ ਅੱਗ ਨਾ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਸਾਰੇ ਪਾਸੇ ਜਾ ਰਹੀ ਹੈ। ਤੇ ਇੱਕ ਦਰਖਤ ਦੇ ਉੱਤੇ ਇੱਕ ਕਾਗ ਬੈਠਾ ਤੇ ਇੱਕ ਚਿੜੀ ਬੈਠੀ ਹੋਈ ਹੈ। ਤੇ ਕਾਗ ਨਾ ਬੜਾ ਹੱਸਦਾ, ਮਖੌਲ ਉਡਾਉਂਦਾ ਉਸ ਅੱਗ ਦਾ, ਕਹਿੰਦਾ ਵੇਖ ਇੱਧਰ ਫੈਲ ਗਈ, ਹੁਣ ਇੱਧਰ ਆਉਣਾ। ਤੇ ਚਿੜੀ ਹੱਸਦੀ ਨਹੀਂ ਹੈ। ਚਿੜੀ ਦੌੜ ਕੇ ਜਾਂਦੀ ਹੈ, ਇੱਕ ਨਾਲੀ ਦੇ ਵਿੱਚ ਨਾ ਥੋੜ੍ਹਾ ਜਿਹਾ ਪਾਣੀ ਹੈ,
ਉਹ ਆਪਣੀ ਚੁੰਝ 'ਚ ਪਾਣੀ ਭਰਦੀ ਹੈ, ਲਿਆ ਕੇ ਜੰਗਲ ਦੀ ਅੱਗ ਉੱਤੇ ਸੁੱਟਦੀ ਹੈ, ਫਿਰ ਜਾਂਦੀ ਹੈ ਚੁੰਝ 'ਚ ਪਾਣੀ ਭਰਦੀ ਹੈ ਅਤੇ ਜੰਗਲ ਦੀ ਅੱਗ 'ਤੇ ਸੁੱਟਦੀ ਹੈ। ਉਹ ਕਾਗ ਉਹਦਾ ਮਖੌਲ ਉਡਾਉਂਦਾ, ਕਹਿੰਦਾ ਉਹ ਮੂਰਖ ਚਿੜੀਏ, ਐਡੀ ਵੱਡੀ ਅੱਗ ਲੱਗੀ ਹੈ ਜੰਗਲ 'ਚ ਅਤੇ ਤੇਰੀ ਚੁੰਝ ਦੀ ਪਾਣੀ ਨਾਲੇ ਬੁੱਝ ਜਾਏਗੀ। ਉਹ ਕਹਿੰਦੀ ਪਤਾ ਮੈਨੂੰ ਵੀ ਹੈ, ਪਤਾ ਮੈਨੂੰ ਵੀ ਹੈ ਵੀ ਇਹ ਐਡੀ ਵੱਡੀ ਅੱਗ ਜਿਹੜੀ ਹੈ ਨਾ ਉਹ ਜੰਗਲ ਦੇ ਪਾਣੀ ਨਾਲ ਬੁੱਝਣੀ ਨਹੀਂ, ਕਿਤੇ ਮੈਨੂੰ ਵੀ ਪਤਾ ਹੈ। ਉਹ ਕਹਿੰਦੀ ਫਿਰ ਆਹ ਕੀ ਕਰ ਰਹੀ ਹੈ? ਕਹਿੰਦੀ ਇੱਕ ਗੱਲ ਚੇਤੇ ਰੱਖੀ, ਜੰਗਲ ਦੇ ਵਿੱਚ ਅੱਗ ਸਾਰੀ ਜ਼ਿੰਦਗੀ ਨਹੀਂ ਲੱਗੀ ਰਹਿਣੀ। ਇਹ ਜੰਗਲ ਦੀ ਅੱਗ ਅੱਜ ਨਹੀਂ ਤੇ ਕੱਲ੍ਹ ਬੁੱਝਣੀ, ਸਾਰੀ ਜ਼ਿੰਦਗੀ ਥੋੜ੍ਹਾ ਅੱਗ। ਆਸਟ੍ਰੇਲੀਆ ਦੇ ਜੰਗਲਾਂ 'ਚ ਗਰਮੀ 'ਚ ਅੱਗ ਲੱਗ ਜਾਂਦੀ ਹੈ, ਕਿੱਥੇ ਉਹ ਸਾਰੀ ਜ਼ਿੰਦਗੀ ਰਹਿੰਦੀ, ਉਹ ਬੁੱਝ ਜਾਂਦੀ ਹੈ ਸਮੇਂ ਬਾਅਦ। ਉਹ ਕਹਿੰਦੀ ਜੰਗਲ 'ਚ ਇੱਕ ਗੱਲ ਚੇਤੇ ਰੱਖੀ, ਸਾਰੀ ਜ਼ਿੰਦਗੀ ਅੱਗ ਨਹੀਂ ਲੱਗੀ ਰਹਿਣੀ, ਇਹ ਇੱਕ ਨਾ ਇੱਕ ਦਿਨ ਬੁੱਝਣੀ ਹੈ। ਔਰ ਜਿੱਦਣ ਜੰਗਲ ਦੀ ਅੱਗ ਬੁਝੀ, ਕਿਸੇ ਨਾ ਕਿਸੇ ਆਦਮੀ ਨੇ ਇਸ ਜੰਗਲ ਦੇ ਉੱਤੇ ਇਤਿਹਾਸ ਲਿਖਣਾ ਹੈ। ਔਰ ਜਿੱਦਣ ਵੀ ਕਿਸੇ ਨੇ ਇਸ ਜੰਗਲ 'ਚ ਇਤਿਹਾਸ ਲਿਖਿਆ ਨਾ, ਇੱਕ ਗੱਲ ਚੇਤੇ ਰੱਖੀ, ਤੇਰਾ ਕੰਮ ਅੱਗ ਲਵਾਉਣ ਵਾਲਿਆਂ ਦੇ ਵਿੱਚ ਆਵੇਗਾ ਤੇ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ। ਇਤਿਹਾਸ ਜ਼ਰੂਰ ਲਿਖਿਆ ਜਾਣਾ ਹੈ ਸਾਧ ਸੰਗਤ, ਬਸ ਜਿਉਂਦਿਆਂ ਇਤਿਹਾਸ ਰਚ ਜਾਈਏ ਕਿ ਸਾਡੇ ਮਰਨ ਤੋਂ ਬਾਅਦ ਸਾਡਾ ਨਾਮ ਜਿਹੜਾ ਨਾ ਅੱਗ ਲਾਉਣ ਵਾਲਿਆਂ ਵਿੱਚ ਨਾ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਏ। ਇਤਿਹਾਸ ਤੇ ਜੰਗਲ ਦਾ ਲਿਖਿਆ ਜਾਣਾ ਨਾ ਜੀ। ਤੁਸੀਂ ਗੁਰੂ ਕਾਲ ਦੇ ਸਮੇਂ ਤੋਂ ਵੇਖੋ ਨਾ, ਗੰਗਾ ਰਾਮ ਨੂੰ ਵੀ ਪਤਾ ਸੀ ਵੀ ਇੱਥੇ ਕਿਹਨੂੰ ਪਤਾ ਲੱਗਣਾ ਵੀ ਸਾਹਿਬਜ਼ਾਦੇ ਨੇ ਫੜਾਏ ਨੇ, ਕਿਹਨੂੰ ਪਤਾ ਲੱਗੇਗਾ ਸਾਹਿਬਜ਼ਾਦੇ ਨੇ ਫੜਾਏ ਨੇ। ਮੈਂ ਉਧਰੋਂ ਵੀ ਪੈਸੇ ਲਵਾਂਗਾ, ਇੱਧਰੋਂ ਖੁਰਜੀ ਵੀ ਚੁੱਕ ਲਈ। ਪਰ ਚੇਤੇ ਰੱਖਿਆ ਜੇ, ਅੱਜ ਦੁਨੀਆ ਜਦੋਂ ਵੀ ਗੰਗਾ ਰਾਮ ਦਾ ਨਾਮ ਲੈਂਦੀ ਹੈ ਨਾ ਸਾਧ ਸੰਗਤ, ਉਹਨੂੰ ਗੰਗੂ ਪਾਪੀਆ ਕਰਕੇ ਕਹਿੰਦੀ ਹੈ ਜੀ। ਸਾਹਿਬਜ਼ਾਦਿਆਂ ਤੋਂ ਇਲਾਵਾ ਕਿਸੇ ਨੇ ਨਹੀਂ ਸੀ ਵੇਖਿਆ ਵੀ ਗੰਗਾ ਰਾਮ ਨੇ ਫੜਾਇਆ। ਪਰ ਕੂੜ ਨਿਖੁੱਟਿਆ ਨਾਨਕਾ ਓੜਕ ਸੱਚ ਰਹੀ, ਇਹ ਗੁਰਬਾਣੀ ਦੀ ਪੰਕਤੀ ਹੈ ਜੀ। ਔਰ ਜਦੋਂ ਵੀ ਮੋਤੀ ਮਹਿਰਾ, ਔਰ ਧੰਨ ਸਾਧ ਸੰਗਤ ਉਹ ਮੋਤੀ ਮਹਿਰੇ ਦੀ ਮਾਂ ਹੈ ਜੀ। ਕਿੰਨਾ ਵੱਡਾ ਜ਼ਿਕਰ ਹੈ ਜੀ। ਜਿੱਦਣ ਮੋਤੀ ਮਹਿਰੇ ਨੇ ਆ ਕੇ ਘਰ ਇਹ ਗੱਲ ਦੱਸੀ, ਦਰਅਸਲ ਮੋਤੀ ਮਹਿਰਾ ਕੌਣ ਸੀ ਜੀ? ਮੋਤੀ ਮਹਿਰਾ ਵਜ਼ੀਰ ਖਾਨ ਦੀ ਫੌਜ ਦੇ ਵਿੱਚ ਲੰਗਰ ਦਾ ਇੰਚਾਰਜ ਸੀ, ਲੰਗਰ ਕਮਾਂਡਰ ਜਿਹਨੂੰ ਆ ਬੈਲਟ ਫੋਰਸ 'ਚ ਕਹਿੰਦੇ ਨੇ, ਇਹ ਲੰਗਰ ਦਾ ਇੰਚਾਰਜ ਸੀ। ਇਹ ਹਰ ਰੋਜ਼ ਜਦੋਂ ਸ਼ਾਮ ਨੂੰ ਸਾਰੇ ਲੰਗਰ ਛਕ ਲੈਂਦੇ ਸੀ ਨਾ, ਤੇ ਇਹਦਾ ਸੁਭਾਅ ਸੀ ਜੀ, ਇਹਨੇ ਇੱਕ ਆਵਾਜ਼ ਮਾਰਨੀ ਉੱਚੀ ਵੀ ਸਾਰਿਆਂ ਨੇ ਲੰਗਰ ਛਕ ਲਿਆ, ਕੋਈ ਰਹਿ ਤਾਂ ਨਹੀਂ ਗਿਆ। ਇਹ ਆਵਾਜ਼ ਮਾਰਦਾ ਸੀ। ਜਦੋਂ ਇਹਨੇ ਅੱਜ ਆਵਾਜ਼ ਮਾਰੀ ਨਾ, ਕਹਿੰਦਾ ਸਾਰਿਆਂ ਨੇ ਲੰਗਰ ਛਕ ਲਿਆ, ਕੋਈ ਰਹਿ ਤਾਂ ਨਹੀਂ ਗਿਆ। ਤੇ ਪਿੱਛੋਂ ਕਿਸੇ ਨੇ ਆਵਾਜ਼ ਮਾਰੀ, ਕਹਿੰਦੇ ਜੀ ਬਾਕੀ ਸਾਰਿਆਂ ਨੇ ਛਕ ਲਿਆ, ਉਹ ਜਿਹੜੇ 3 ਨਵੇਂ ਮੁਜਰਮ ਅੱਜ ਲਿਆਂਦੇ ਹੋਏ ਨੇ ਨਾ, ਉਹ 3 ਭੁੱਖੇ ਨੇ। ਉਹ ਪੁੱਛਦਾ, ਕਹਿੰਦਾ ਉਹ ਕੌਣ ਨੇ? ਕਹਿੰਦਾ ਜੀ ਉਹ ਠੰਡੇ ਬੁਰਜ ਦੇ ਉੱਤੇ, ਧਰਤੀ ਤੋਂ 140 ਫੁੱਟ ਉੱਚੇ ਠੰਡੇ ਬੁਰਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਕੈਦ ਕੀਤੇ ਹੋਏ ਨੇ ਜੀ। ਉਹਦੇ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਗਈ ਜੀ। ਹੈ ਉਹਦਾ ਮੁਲਾਜ਼ਮ ਸੀ, ਪਰ ਹੈ ਧਰਮੀ ਸੀ ਜੀ। ਉਸੇ ਵਕਤ ਦੌੜਦਾ ਦੌੜਦਾ ਘਰ ਗਿਆ ਜੀ, ਔਰ ਉਹਨੇ 70 ਸਾਲ ਦੀ ਮਾਤਾ ਦੇ ਨਾਲ ਸਲਾਹ ਕੀਤੀ। ਕਹਿੰਦਾ ਮਾਂ, ਅੱਜ ਜੱਗੋਂ 13ਵੀਂ ਕੰਮ ਹੋ ਗਈ। ਇਸ ਠੰਡ ਦੇ ਵਿੱਚ ਤੇ ਇਸ ਬੁਰਜ ਦਾ ਕੋਈ ਨਾਮ ਵੀ ਨਹੀਂ ਲੈਂਦਾ ਆਪਣੀ ਜ਼ੁਬਾਨ 'ਚੋਂ। ਵਜ਼ੀਰ ਖਾਨ ਨੇ ਅੱਜ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਬੱਚੇ ਇਹ 'ਚ ਕੈਦ ਕਰ ਦਿੱਤੇ ਨੇ। ਹੁਣ ਮਾਂ ਅੱਗੋਂ ਕੀ ਕਹਿੰਦੀ ਹੈ? ਕਹਿੰਦੀ ਪੁੱਤਰਾ ਇੱਕ ਗੱਲ ਚੇਤੇ ਰੱਖੀ, ਵਜ਼ੀਰ ਖਾਨ ਨੇ ਇਹਨਾਂ ਨੂੰ ਜਿੰਦਿਆਂ ਨਹੀਂ ਰਹਿਣ ਦੇਣਾ, ਅੱਜ ਨਹੀਂ ਤੇ ਕੱਲ੍ਹ ਇਹਨਾਂ ਨੂੰ ਮਾਰ ਦੇਣਾ, ਸ਼ਹੀਦ ਕਰ ਦੇਣਾ, ਇਹ ਤੇ ਪੱਕਾ ਹੈ। ਪਰ ਤੇਰੀ ਸਾਰੀ ਜ਼ਿੰਦਗੀ ਇੱਕੋ ਸੇਵਾ ਰਹੀ ਹੈ ਜੀ, ਤੇ ਲੋਕਾਂ ਨੂੰ ਲੰਗਰ ਛਕਾਉਂਦਾ ਰਿਹਾ, ਤੇਰੀ ਸਾਰੀ ਜ਼ਿੰਦਗੀ ਇਹੀ ਸੇਵਾ ਰਹੀ। ਅੱਜ ਤੇਰੇ ਹਿੱਸੇ ਦੇ ਵਿੱਚ ਫੇਰ ਇੱਕ ਸੇਵਾ ਆਈ ਹੈ, ਇਸ ਕਰਕੇ ਇਸ ਸੇਵਾ ਨੂੰ ਵੀ ਵਿਅਰਥ ਨਾ ਜਾਣ ਦੇਈਂ। ਗੁਰੂ ਪਾਤਸ਼ਾਹ ਦੀ ਮਾਤਾ ਔਰ ਉਹਦੇ ਬੱਚਿਆਂ ਨੂੰ ਭੁੱਖਿਆ ਨਾ ਰਹਿਣ ਦੇਈਂ, ਇਹਨਾਂ ਨੂੰ ਪੱਕਾ ਤੂੰ ਲੰਗਰ ਛਕਾ। ਔਰ ਇੱਕ ਗੱਲ ਚੇਤੇ ਰੱਖਿਆ ਜੀ, ਉਹ ਪਤਾ ਉਸ ਮਾਂ ਨੂੰ ਵੀ ਸੀ, ਕਿ ਉਹਨੂੰ ਨਹੀਂ ਸੀ ਪਤਾ ਵੀ ਜਿਹੜਾ ਕੰਮ ਮੈਂ ਕਰਨ ਲੱਗੀ ਹਾਂ ਤੇ ਮੇਰੇ ਬੱਚਿਆਂ ਨਾਲ ਕੀ ਹੋਵੇਗਾ, ਪਤਾ ਤੇ ਉਹਨੂੰ ਵੀ ਸੀ। ਪਰ ਇੱਕ ਕਵੀ ਦੀ ਲਿਖਤ ਹੈ ਜੀ ਬੜੇ ਕਮਾਲ ਦੀ, ਪੰਜਾਬ ਦੀ ਧਰਤੀ ਵਾਸਤੇ। ਉਹ ਲਿਖਦਾ, ਬਸ ਇੱਕੋ ਇੱਕ ਧਰਤੀ ਪੰਜਾਬ ਦੀ ਜਿਹੜੀ ਮੌਤ ਦੇ ਮੂੰਹ ਤੇ ਵੱਸਦੀ ਹੈ, ਬਸ ਇੱਕ ਮਾਂ ਪੰਜਾਬਣ ਕੌਮ ਬਦਲੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਇੱਕੋ ਹੀ ਮਾਂ ਹੈ ਜੀ, ਔਰ 70 ਸਾਲ ਦੀ ਮਾਂ ਆਪਣੇ ਪੁੱਤਰ ਨੂੰ ਭੇਜਦੀ ਹੈ। ਔਰ ਕਿਆ ਉਸ ਪੁੱਤਰ ਨੇ ਸਾਧ ਸੰਗਤ ਜਿਹੜੇ ਨੇ ਫਿਰ ਕਿਆ ਕਮਾਲ ਦੀ ਉਹਨੇ ਜਿਹੜੇ ਦੁਨੀਆ ਦੇ ਵਿੱਚ ਇੱਕ ਵਿਲੱਖਣ ਆਪਣਾ ਨਾਮ ਕਮਾਤਾ। ਬੇਸ਼ੱਕ ਸੰਗਤ ਉਹ ਉਸ ਸਮੇਂ ਬੜੀ ਤਕਲੀਫ ਸਭ ਕੁਝ ਸੀ, ਪਰ ਜਿਹੜੇ ਲੋਕੀ ਸੱਚ ਦੇ ਹਾਣੀ ਬਣਦੇ ਨੇ ਨਾ, ਸੱਚ ਦੇ, ਮੁੱਦਤਾਂ ਬਾਅਦ ਇੱਕ ਨਾ ਇੱਕ ਸਮਾਂ ਆਉਂਦਾ ਹੈ ਜੀ ਸਾਧ ਸੰਗਤ, ਦੁਨੀਆ ਨੂੰ ਇਹ ਗੱਲ ਮੰਨਣੀ ਪੈਂਦੀ ਹੈ ਜੀ। ਆਹ ਲੋਕੀ ਜਿਹੜੇ ਸੀ ਨਾ, ਇੱਕ ਸਿੱਖੀ ਸੱਚ ਸਿਧਾਂਤ ਤੇ ਖੜੇ ਸੀ, ਉਹਨਾਂ ਨੂੰ ਲੋਕੀ ਫਿਰ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਜਿਹੜੇ ਨੇ ਨਾ, ਭਾਈ ਸਾਹਿਬ ਭਾਈ ਮੋਤੀ ਮਹਿਰਾ ਜੀ ਕਰਕੇ ਚੇਤੇ ਰੱਖਦੇ ਨੇ ਜੀ, ਜਾਂ ਬਾਬਾ ਮੋਤੀ ਮਹਿਰਾ ਕਰਕੇ ਚੇਤੇ ਰੱਖਦਾ। ਇਸ ਕਰਕੇ ਪੰਥ ਦੇ ਵਿੱਚ ਬੇਅੰਤ ਇਹੋ ਜਿਹੀਆਂ ਸ਼ਖਸੀਅਤਾਂ ਨੇ ਸਾਧ ਸੰਗਤ,
जिन्हां शख्सियतां ने समय रह के समय दे हाणी बने ने साध संगत, और रहिंदी दुनिया तक उन्होंने नाम कमाया। गुरु कलगीधर पातशाह दे पूरे परिवार ने साध संगत बहुत वड्डी समाज नूं देन। जीवन की शुरुआत उत्थों होंदी है जिथों हत्थ दे विच साध संगत उन्हां दे पिता दा सीस है, और नदेड़ की धरती ते अंत हुंदा है। पर एक चीज़ बड़े फखर दे नाल कह के जाते हैं, जिदण साडे सारे दरबार दे विच सारे सिंह बैठे ते माता जी ने एक बेनती कीती सी कि तेरे भरे दरबार विच बैठे दिसदे नहीं, कित्थे ने तेरे चारे लाल साइयां, सोने चेहरे रज के डिठे नहीं, कदों आके देणगे दीदार माईया। ते मां ने इक्को ही गल कही सी, तेरे चारे लाल हत्थी बन के सेहरे, मौत लाड़ी नाल परना आया, की है तेरा की है मेरा, मेर तेर दा झगड़ा मिटा आया। ये वस्त सी उस परमात्मा दी, अपने हत्थी उस पास पहुँचा आया। की होया भागां वाली इस पंथ बदले, असी अपने चारे लाल वार बैठे, इधर मार तेरी निगाह दे विच अज कई लख ते कई हज़ार बैठे, कई लख ते कई हज़ार बैठे। साडे हज़ारां वाले पासे अपनी बांह करके ते सतगुरु सच्चे पातशाह ने साध संगत अपने पुत करके गुरु कृपा करे। मेरा समा समाप्त है, मैं बहुता भाई साहब का समा ना लवां। विचारां करदियां बेअंत प्रकार दीयां भुलां गलतियां गुरु बख्शनहार संगत बख्शनहार बख्श दिओ शीस। आखो जी वाहिगुरू जी का खालसा वाहिगुरू जी।